Hi, a very good noon to all of you. Welcome to ਗਿਆਨਮ ਪੰਜਾਬ YouTube ਚੈਨਲ। ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਫਰਸਟ ਪਾਰਟ ਜਿਹੜਾ ਹਿਸਟਰੀ ਆਫ ਇੰਗਲਿਸ਼ ਲਿਟਰੇਚਰ ਦਾ ਦੇਖ ਲਿਆ ਹੋਵੇਗਾ ਤੇ ਉਸੇ ਨੂੰ ਆਪਾਂ ਕੰਟੀਨਿਊ ਕਰਨਾ ਹੈ ਪਾਰਟ 2 ਦੇ ਨਾਲ। ਤੇ ਤੁਹਾਨੂੰ ਇੱਕ ਹੋਮਵਰਕ ਦਿੱਤਾ ਸੀ, ਤੁਸੀਂ ਮੈਨੂੰ ਦੱਸਣਾ ਸੀ ਕਿ ਯੂਨੀਵਰਸਿਟੀ ਵਿਟਸ ਦੇ ਵਿੱਚੋਂ ਕਿਹੜਾ ਯੂਨੀਵਰਸਿਟੀ ਵਿਟ ਜਾਣਿਆ ਜਾਂਦਾ ਬਟ ਹੀ ਡਿਡ ਨਾਟ ਸਟੱਡੀ ਫਰੋਮ ਐਨੀ ਆਫ ਦ ਯੂਨੀਵਰਸਿਟੀ, ਉਹ ਕੌਣ ਨੇ। ਸੋ ਇਫ ਗੱਲ ਕਰੀਏ ਜੇ ਆਪਾਂ ਤਾਂ ਉਹ ਥੋਮਸ ਕਿਡ ਆ। ਥੋਮਸ ਕਿਡ ਜਿਹੜੇ ਨੇ ਉਹ ਨਾ ਹੀ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੇ ਨੇ, ਨਾ ਹੀ ਉਹ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹੇ ਨੇ, ਬਟ ਫਿਰ ਵੀ ਉਹਨਾਂ ਨੂੰ ਐਜ਼ ਅ ਯੂਨੀਵਰਸਿਟੀ ਵਿਟ ਕੰਸੀਡਰ ਕੀਤਾ ਜਾਂਦਾ। ਵਾਈ? ਬਿਕਾਜ਼ ਉਹਨਾਂ ਦਾ ਰਾਈਟਿੰਗ ਸਟਾਈਲ ਜਿਹੜਾ ਹੈ ਉਹ ਬਿਲਕੁਲ ਯੂਨੀਵਰਸਿਟੀ ਵਿਟਸ ਦੇ ਨਾਲ ਮੈਚ ਕਰਦਾ। ਓਕੇ, ਤੇ ਹੋਰ ਜਿਹੜਾ ਐਲਿਜ਼ਾਬੈਥਨ ਏਜ ਦੇ ਵਿੱਚ ਐਲਿਜ਼ਾਬੈਥਨ ਲਿਟਰੇਚਰ ਕਿਸ ਤਰ੍ਹਾਂ ਦਾ ਲਿਖਿਆ ਗਿਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਐਲਿਜ਼ਾਬੈਥਨ ਲਿਟਰੇਚਰ ਜਿਹੜਾ ਸੀ ਉਹ 1558 ਤੋਂ 1603 ਤੱਕ ਐਲਿਜ਼ਾਬੈਥਨ ਏਜ ਸੀ। ਐਲਿਜ਼ਾਬੈਥਨ ਏਜ ਕਿਸ ਦੇ ਉੱਤੇ ਬਣੀ ਹੈ, ਕਿਸ ਦੇ ਨਾਮ ਦੇ ਉੱਤੇ ਬਣੀ ਹੈ? ਕੁਈਨ ਐਲਿਜ਼ਾਬੈਥ 1 ਦੇ ਨਾਮ ਦੇ ਉੱਤੇ। ਤੇ ਇਸ ਲਿਟਰੇਚਰ ਦੀ ਜਿਹੜੀ ਖਾਸ ਗੱਲ ਹੈ, ਮੀਨਸ ਲਿਟਰੇਚਰ ਨੂੰ ਡੋਮੀਨੇਟ ਕਿਹਨਾਂ ਥੀਮਸ ਨੇ ਕੀਤਾ? ਉਹ ਥੀਮਸ ਨੇ ਹਿਊਮੈਨਿਜ਼ਮ ਦੇ, ਇੰਡੀਵਿਜੂਅਲਿਜ਼ਮ, ਇੰਡੀਵਿਜੂਅਲ ਬਿਕੇਮ ਸੈਂਟਰ ਆਫ ਦਾ all things, ਠੀਕ ਹੈ। ਸਾਰੇ ਚੀਜ਼ਾਂ ਦਾ ਸੈਂਟਰ ਹਿਊਮਨ ਨੂੰ ਮੰਨਿਆ ਜਾਣ ਲੱਗ ਗਿਆ। ਇੰਡੀਵਿਜੂਅਲਿਟੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਆ ਗਈ। ਕਰਿਓਸਿਟੀ ਡੋਮੀਨੇਟਡ ਲਿਟਰੇਚਰ ਲਿਖਿਆ ਜਾਣ ਲੱਗਿਆ। ਇਸ ਤੋਂ ਪਹਿਲਾਂ ਦਾ ਲਿਟਰੇਚਰ ਵੀ ਤੁਸੀਂ ਪੜ੍ਹਿਆ ਤੇ ਤੁਹਾਨੂੰ ਸੋਸ਼ਲ ਕੰਡੀਸ਼ਨਸ ਦੇ ਨਾਲ ਸਮਝ ਆ ਗਿਆ ਕਿ ਲਿਟਰੇਚਰ ਦੇ ਉੱਤੇ ਸੋਸਾਇਟੀ ਦਾ ਬੜਾ ਹੀ ਇੰਪੈਕਟ ਹੁੰਦਾ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਦਾ ਉੱਥੇ ਦਾ ਮਾਹੌਲ ਹੋਏਗਾ ਪੋਲੀਟੀਕਲੀ, ਸੋਸ਼ਲੀ, ਕਲਚਰਲੀ, ਉਹੀ ਤੁਹਾਨੂੰ ਉਸ ਟਾਈਮ ਦੇ ਲਿਟਰੇਚਰ ਦੇ ਵਿੱਚ ਦੇਖਣ ਨੂੰ ਮਿਲੇਗਾ। ਹੁਣ ਆਪਾਂ ਗੱਲ ਕਰਦੇ ਹਾਂ ਐਲਿਜ਼ਾਬੈਥਨ ਲਿਟਰੇਚਰ ਦੀ। ਸਭ ਤੋਂ ਵੱਡਾ ਯੋਗਦਾਨ ਜਿਹੜਾ ਐਲਿਜ਼ਾਬੈਥਨ ਲਿਟਰੇਚਰ ਦੇ ਵਿੱਚ ਹੈ ਉਹ ਹੈਗਾ ਯੂਨੀਵਰਸਿਟੀ ਵਿਟਸ ਦਾ। ਠੀਕ ਹੈ, ਯੂਨੀਵਰਸਿਟੀ ਵਿਟਸ ਕੌਣ ਆ? ਸਕੋਲਰਸ ਸੀ ਜਿਹੜੇ ਯੂਨੀਵਰਸਿਟੀਜ਼ ਤੋਂ ਪੜ੍ਹ ਕੇ ਆਏ ਸੀ। ਇਹਨਾਂ ਦਾ ਡਰਾਮਾ ਬਹੁਤ ਹੀ ਜ਼ਿਆਦਾ ਯੂਨੀਕ ਇਹ ਲਿਖਦੇ ਸੀ। ਤੇ ਕ੍ਰਿਸਟੋਫਰ ਮਾਰਲੋ ਜਿਹੜੇ ਨੇ ਉਹ ਰਿਨਾਊਂਡ ਯੂਨੀਵਰਸਿਟੀ ਵਿਟ ਮੰਨੇ ਜਾਂਦੇ ਆ, ਕਿਉਂਕਿ ਉਹਨਾਂ ਦੇ ਰਾਈਟਿੰਗ ਸਟਾਈਲ ਦੇ ਵਿੱਚ ਤੁਹਾਨੂੰ ਇੱਕ ਟ੍ਰੈਜਿਕ ਹੀਰੋ ਮਿਲੇਗਾ। ਹੁਣ ਇਹ ਟ੍ਰੈਜਿਕ ਹੀਰੋ ਕੀ ਹੁੰਦਾ ਹੈ? ਟ੍ਰੈਜਿਕ ਹੀਰੋ ਇੱਕ ਅਲੱਗ ਕੰਸੈਪਟ ਤੁਹਾਨੂੰ ਪੜ੍ਹਨ ਨੂੰ ਮਿਲੇਗਾ। ਟ੍ਰੈਜਿਕ ਹੀਰੋ ਹੁੰਦਾ ਹੈ ਇੱਕ ਹੀਰੋ ਜਿਸ ਦੀ ਕੁਆਲਿਟੀਜ਼ ਕੀ ਆ ਕਿ ਉਹ ਬਹੁਤ ਹੀ ਜ਼ਿਆਦਾ ਓਵਰ ਅੰਬੀਸ਼ੀਅਸ ਹੋਏਗਾ, ਉਹ ਬਹੁਤ ਹੀ ਜ਼ਿਆਦਾ ਓਵਰ ਰੀਚਰ ਹੋਏਗਾ, ਚੀਜ਼ਾਂ ਨੂੰ ਬਿਯੋਂਡ ਜਾ ਕੇ ਉਹ ਪਕੜਨ ਦੀ ਕੋਸ਼ਿਸ਼ ਕਰੇਗਾ, ਜੋ ਉਸਦੀ ਲਿਮਿਟੇਸ਼ਨ ਹੋਏਗੀ ਬਾਉਂਡਰੀਜ਼ ਨੂੰ ਕ੍ਰੋਸ ਕਰੇਗਾ। ਐਟ ਦਾ ਐਂਡ ਉਸਦਾ ਜਿਹੜਾ ਹੈ ਟ੍ਰੈਜਿਕ ਫੋਲ ਹੋਏਗਾ। ਠੀਕ ਹੈ, ਤਾਂ ਉਹ ਟ੍ਰੈਜਿਕ ਹੀਰੋ ਹੁੰਦਾ ਹੈ। ਜਦੋਂ ਆਪਾਂ ਕ੍ਰਿਸਟੋਫਰ ਮਾਰਲੋ ਦੇ ਪਲੇਸ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਕਈ ਪਲੇਸ ਬੜੇ ਹੀ ਫੇਮਸ ਹੋਏ, ਜਿਵੇਂ ਕਿ ਡਾਕਟਰ ਫੋਸਟਰਸ, ਜਿਊ ਆਫ ਮਾਲਟਾ, ਟੰਬਰਲੇਨ ਦ ਗ੍ਰੇਟ। ਠੀਕ ਹੈ, ਇਹ ਸਾਰੇ ਪਲੇਸ ਦੇ ਵਿੱਚ ਇੱਕ ਹੀਰੋ ਹੋਏਗਾ। ਡਾਕਟਰ ਫੋਸਟਰਸ ਇੱਕ ਐਗਜ਼ਾਮਪਲ ਲੈ ਲਓ। ਡਾਕਟਰ ਫੋਸਟਰਸ ਸੀ ਜਿਹੜੇ ਉਹ ਬਹੁਤ ਹੀ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਸੀ। ਠੀਕ ਹੈ, ਐਂਡ ਹੀ ਵਾਂਟਸ ਟੂ ਨੋ ਈਚ ਐਂਡ ਐਵਰੀਥਿੰਗ ਫॉर ਇਨ ਦ ਸੀਕ ਆਫ ਨੌਲੇਜ। ਉਸਨੇ ਜਿਹੜਾ ਹੈ ਨੌਲੇਜ ਹਾਸਿਲ ਕਰਨ ਦੇ ਲਈ ਬਹੁਤ ਗਲਤ ਚੀਜ਼ਾਂ ਵੀ ਕੀਤੀਆਂ। ਠੀਕ ਹੈ, ਫਿਰ ਉਸਨੇ ਆਪਣੀ ਜਿਹੜੀ ਸੋਲ ਸੀ ਉਹ ਇੱਕ ਸ਼ੈਤਾਨ ਨੂੰ ਵੇਚ ਦਿੱਤੀ, ਮਫਿਸਟੋਫੇਲਿਸ ਨੂੰ। ਐਂਡ ਆਫਟਰ 20 years ਆਫ ਪੈਕਟ ਜਦੋਂ ਉਹ ਸੋਲ ਲੈਣ ਆਇਆ ਤਾਂ ਉਹ ਵਾਲਾ ਸੀਨ ਬੜਾ ਹੀ ਯੂ ਕੈਨ ਸੇ ਬਰੂਟਲ ਸੀਨ ਹੈ ਲਿਟਰੇਚਰ ਦਾ, ਜਿਹਦੇ ਉਸ ਤੋਂ ਬਾਅਦ ਜਿਹੜਾ ਹੈ ਉਸਦੀ ਡੈਥ ਹੁੰਦੀ ਆ। ਠੀਕ ਹੈ, ਤਾਂ ਇਸ ਤਰ੍ਹਾਂ ਟ੍ਰੈਜਿਕ ਕੈਰੈਕਟਰਸ ਕ੍ਰਿਸਟੋਫਰ ਮਾਰਲੋ ਪ੍ਰੋਡਿਊਸ ਕਰਦੇ ਸੀ। ਇਹਨਾਂ ਯੂਨੀਵਰਸਿਟੀ ਵਿਟਸ ਤੋਂ ਹੀ ਇਨਫਲੂਐਂਸ ਹੋ ਕੇ ਵਿਲੀਅਮ ਸ਼ੇਕਸਪੀਅਰ ਨੂੰ ਜਿਹੜਾ ਹੈ ਉਹ ਰਾਈਟਿੰਗ ਸਟਾਈਲ ਮਿਲਿਆ। ਵਿਲੀਅਮ ਸ਼ੇਕਸਪੀਅਰ ਨੇ ਐਲਿਜ਼ਾਬੈਥਨ ਏਜ ਨੂੰ ਡੋਮੀਨੇਟ ਕੀਤਾ। ਹੀ ਇਜ਼ ਨੋਨ ਐਜ਼ ਦ ਬੈਸਟ ਰਾਈਟਰ ਆਫ ਐਲਿਜ਼ਾਬੈਥਨ ਏਜ। ਤੇ ਵਿਲੀਅਮ ਸ਼ੇਕਸਪੀਅਰ ਨੇ ਇੰਨੇ ਸਾਰੇ ਪਲੇਸ ਪ੍ਰੋਡਿਊਸ ਕੀਤੇ ਕਿ ਇਸ ਏਜ ਦੇ ਵਿੱਚ ਸਭ ਤੋਂ ਜ਼ਿਆਦਾ ਡਰਾਮਾ ਜਿਹੜਾ ਹੈ ਉਹ ਲਿਖਿਆ ਗਿਆ। ਠੀਕ ਹੈ, ਵਿਲੀਅਮ ਸ਼ੇਕਸਪੀਅਰ ਨੋਨ ਐਜ਼ ਬਾਰਡ ਆਫ ਏਵਨ। ਬਾਰਡ ਆਫ ਏਵਨ ਇਹਨਾਂ ਦਾ ਸੈਕਿੰਡ ਨੇਮ ਹੈ। ਬਾਰਡ ਆਫ ਏਵਨ ਦਾ ਮਤਲਬ ਹੈ ਏਵਨ ਇੱਕ ਸਿਟੀ ਹੈ, ਬਾਰਡ ਹੁੰਦਾ ਕਵੀ। ਠੀਕ ਹੈ, ਤਾਂ ਉਸ ਇਸ ਸਿਟੀ ਨੂੰ ਬਿਲੋਂਗ ਕਰਦੇ ਸੀ। ਹੀ ਵਾਜ਼ ਅ ਨੈਸ਼ਨਲ ਪੋਇਟ ਆਫ ਇੰਗਲੈਂਡ। ਐਂਡ ਉਹਨਾਂ ਦੀਆਂ 4 ਗ੍ਰੇਟ ਟ੍ਰੈਜੇਡੀਜ਼ ਦੇ ਬਾਰੇ ਸਾਰੇ ਲਿਟਰੇਚਰ ਲਵਰਸ ਨੂੰ ਪਤਾ ਹੈ, ਜਿਸ ਨੂੰ ਆਪਾਂ ਸ਼ੋਰਟ ਨੇਮ ਦੇ ਦਿੰਦੇ ਹਾਂ ਹੋਕਮ। H for Hamlet, M for Macbeth, O Othello, King Lear. Okay, these are the greatest tragedies in literature by William Shakespeare. राइट
ਇਸ ਤੋਂ ਬਿਨਾ ਜਿਹੜਾ ਇਲਿਜ਼ਾਬੇਥਨ ਲਿਟਰੇਚਰ ਹੈ ਉਸਦੇ ਕੀ ਥੀਮ ਆ, ਇਹਨਾਂ ਦੇ ਥੀਮ ਦੇ ਵਿੱਚ ਜਿਹੜਾ ਲਿਟਰੇਚਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਸਪਿਰਿਟ ਆਫ ਐਡਵੈਂਚਰ। ਲੋਕਾਂ ਦੇ ਵਿੱਚ ਕਿਉਰਿਓਸਿਟੀ ਆ ਗਈ ਸੀ, ਉਹਨਾਂ ਨੂੰ ਰਿਵਾਈਵ ਹੋ ਗਿਆ ਸੀ, ਉਹ ਹਰ ਚੀਜ਼ ਨੂੰ ਦੁਬਾਰਾ ਰੀਡ ਕਰਨ ਲੱਗ ਗਏ ਸੀ। ਐਕਸਪਲੋਰੇਸ਼ਨ ਐਂਡ ਸੀ ਵੋਏजेस ਇਨਫਲੂਐਂਸਡ ਲਿਟਰੇਚਰ, ਬਹੁਤ ਸਾਰੀਆਂ ਇਸ ਟਾਈਮ ਤੇ ਡਿਸਕਵਰੀਜ਼ ਹੋਈਆਂ ਤੇ ਸਮੁੰਦਰ ਦੇ ਵਿੱਚ ਵੋਏजेस ਹੁੰਦੀਆਂ ਸੀ, ਸੈਰਾਂ ਹੁੰਦੀਆਂ ਸੀ, ਜਿਸ ਨੇ ਇਨਫਲੂਐਂਸ ਕੀਤਾ ਲਿਟਰੇਚਰ ਨੂੰ। ਜਿਸ ਤਰ੍ਹਾਂ ਦਾ ਜੋ ਉਸ ਟਾਈਮ ਤੇ ਹੋ ਰਿਹਾ ਸੀ ਉਹੀ ਤੁਹਾਨੂੰ ਲਿਟਰੇਚਰ ਦੇ ਵਿੱਚ ਦੇਖਣ ਨੂੰ ਮਿਲੇਗਾ। ਪੀਪਲ ਬਲੀਵਡ ਇਨ ਡਿਸਕਵਰੀ ਐਂਡ ਐਕਸਪੈਂਸ਼ਨ, ਲੋਕਾਂ ਨੇ ਖੋਜ ਦੇ ਵਿੱਚ, ਸਾਇੰਸ ਦੇ ਵਿੱਚ ਬਲੀਵ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਥੋਂ ਹੀ ਜਿਹੜਾ ਹੈ ਕ੍ਰਾਈਸਿਸ ਸ਼ੁਰੂ ਹੋਏਗਾ ਬਿਟਵੀਨ ਫੇਥ ਐਂਡ ਸਾਇੰਸ। ਕਿ ਅਗਰ ਜੇ ਅਸੀਂ ਸਾਇੰਸ ਦੀ ਮੰਨੀਏ ਤਾਂ ਵੀ ਆਰ ਫਰੋਮ ਏਪਸ, ਕਿ ਅਸੀਂ ਕਿਹਨਾਂ ਤੋਂ ਬਣੇ ਆ, ਏਪਸ ਤੋਂ ਬਣੇ ਆ, ਬਟ ਅਕੋਰਡਿੰਗ ਟੂ ਕ੍ਰਿਸਚੀਅਨਿਟੀ ਵੀ ਆਰ ਚਿਲਡਰਨ ਆਫ ਐਡਮ ਐਂਡ ਈਵ, ਹੈ ਨਾ। ਤਾਂ ਇਸ ਤਰ੍ਹਾਂ ਕ੍ਰਾਈਸਿਸ ਸ਼ੁਰੂ ਹੋ ਗਿਆ ਸੀ। ਐਕਸਪਲੋਰਰਸ ਜਿਨ੍ਹਾਂ ਨੇ ਐਕਸਪਲੋਰ ਕੀਤਾ ਨਿਊ ਲੈਂਡਸ ਨੂੰ, ਉਹ ਹੈਗੇ ਆ ਫ੍ਰਾਂਸਿਸ ਡ੍ਰੇਕ ਐਂਡ ਵਾਲਟਰ ਰਾਲੇ। ਵਾਲਟਰ ਰਾਲੇ ਦਾ ਨਾਮ ਜਿਹੜਾ ਹੈ ਉਹ ਲਿਟਰੇਚਰ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ, ਇਸ ਦੇ ਉੱਤੇ ਡਾਇਰੈਕਟ ਕੁਐਸਚਨ ਵੀ ਬਣ ਸਕਦਾ ਹੈ, ਤਾਂ ਇਹ ਨਾਮ ਤੁਹਾਨੂੰ ਮਤਲਬ ਯਾਦ ਰੱਖਣਾ ਇਹਨਾਂ ਦਾ ਨਾਮ। ਚਲੋ ਜੀ, ਹੁਣ ਆਪਾਂ ਗੱਲ ਕਰਨੀ ਆ ਨੈਕਸਟ ਏਜ। ਹੁਣ ਕੀ ਹੋਇਆ, ਕੁਈਨ ਐਲਿਜ਼ਾਬੈਥ ਦੇ ਟਾਈਮ ਤੇ ਬਹੁਤ ਸਾਰਾ ਲਿਟਰੇਚਰ, ਜਿਵੇਂ ਤੁਸੀਂ ਦੇਖ ਹੀ ਲਿਆ ਕਿ ਵਿਲੀਅਮ ਸ਼ੇਕਸਪੀਅਰ ਵਰਗੇ ਰਾਈਟਰਸ ਇਸ ਟਾਈਮ ਤੇ ਆਏ। ਵਿਲੀਅਮ ਸ਼ੇਕਸਪੀਅਰ ਤੋਂ ਬਿਨਾ ਐਡਮੰਡ ਸਪੈਂਸਰ ਨੇ ਵੀ ਐਲਿਜ਼ਾਬੈਥਨ ਲਿਟਰੇਚਰ ਦੇ ਵਿੱਚ ਯੋਗਦਾਨ ਦਿੱਤਾ। ਹੀ ਰੋਟ ਫੇਰੀ ਕੁਈਨ ਇਨ ਪ੍ਰੇਜ਼ ਆਫ ਕੁਈਨ ਐਲਿਜ਼ਾਬੈਥ। ਹੁਣ ਕੁਈਨ ਐਲਿਜ਼ਾਬੈਥ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਨੈਕਸਟ ਹੂ ਵਿਲ ਸਿਟ ਔਨ ਥਰੋਨ। ਹੁਣ ਦੇਖੋ, ਜਿੱਦਾਂ ਤੁਸੀਂ ਦੇਖਿਆ ਕਿ ਹੈਨਰੀ 7 ਤੋਂ ਬਾਅਦ ਹੈਨਰੀ 8 ਆਏ। ਹੈਨਰੀ 8 ਕੌਣ ਸੀ, ਹੈਨਰੀ 7 ਦਾ ਬੇਟਾ। ਹੁਣ ਹੈਨਰੀ 8 ਦੀ ਬੇਟੀ ਸੀ ਕੁਈਨ ਐਲਿਜ਼ਾਬੈਥ। ਹੁਣ ਤੁਹਾਨੂੰ ਲੱਗੇਗਾ ਕਿ ਕੁਈਨ ਐਲਿਜ਼ਾਬੈਥ ਦੇ ਅੱਗੇ ਵੰਸ਼ ਦੇ ਵਿੱਚੋਂ ਕੋਈ ਨਾ ਕੋਈ ਗੱਦੀ ਤੇ ਬੈਠੇਗਾ, ਬਟ ਨੋ। ਕੁਈਨ ਐਲਿਜ਼ਾਬੈਥ ਇੱਕ ਇਸ ਤਰ੍ਹਾਂ ਦੀ ਕੁਈਨ ਸੀ ਜਿਸਨੇ ਕਦੇ ਵੀ ਵਿਆਹ ਨਹੀਂ ਕਰਵਾਇਆ, ਠੀਕ ਹੈ। ਉਹ ਹਮੇਸ਼ਾ ਹੀ ਜਿਹੜਾ ਹੈ, ਉਹਨਾਂ ਨੇ ਮੈਰਿਜ ਦੇ ਵਿੱਚ ਉਹ ਵਿਸ਼ਵਾਸ ਨਹੀਂ ਕਰਦੇ ਸੀ ਤੇ ਉਹਨਾਂ ਦਾ ਕਦੇ ਵਿਆਹ ਨਹੀਂ ਹੋਇਆ ਤੇ ਬੱਚਾ ਨਹੀਂ ਹੋਇਆ, ਠੀਕ ਹੈ। ਤੇ ਹੁਣ ਗੱਲ ਆਉਂਦੀ ਹੈ ਕਿ ਹੂ ਵਿਲ ਸਿਟ ਔਨ ਦਾ ਥਰੋਨ। ਇੰਗਲੈਂਡ ਦੇ ਵਿੱਚ ਕੋਈ ਇੰਨਾ ਕਾਬਿਲ ਨਹੀਂ ਸੀ, ਟੂਡਰ ਡਾਇਨੈਸਟੀ ਉੱਥੇ ਹੀ ਖਤਮ ਹੋ ਜਾਂਦੀ ਹੈ, ਕਿਉਂਕਿ ਅੱਗੇ ਕੋਈ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਮੈਂਬਰ ਨਹੀਂ ਸੀ ਜੋ ਥਰੋਨ ਨੂੰ ਕਲੇਮ ਕਰ ਸਕੇ। ਨਾਓ ਹੁਣ ਇੰਗਲੈਂਡ ਦੇ ਨਾਲ ਹੀ ਇੱਕ ਛੋਟਾ ਜਿਹਾ ਹੋਰ ਦੇਸ਼ ਹੈ ਜਿਸ ਦਾ ਨਾਮ ਹੈ ਸਕਾਟਲੈਂਡ, ਠੀਕ ਹੈ, ਜਿਸ ਦਾ ਨਾਮ ਹੈ ਸਕਾਟਲੈਂਡ। ਹੁਣ ਸਕਾਟਲੈਂਡ ਦਾ ਜੋ ਰਾਜਾ ਹੈ ਉਹ ਕੀ ਕਰੇਗਾ, ਉਹ ਸੋਚੇਗਾ ਕਿ ਇੰਗਲੈਂਡ ਦਾ ਥਰੋਨ ਜਿਹੜਾ ਹੈ ਉਹ ਖਾਲੀ ਹੈ, ਕਿਉਂ ਨਾ ਮੈਂ ਉੱਥੇ ਚਲਾ ਜਾਵਾਂ, ਠੀਕ ਹੈ। ਤਾਂ ਇਹ ਇਸ ਤਰ੍ਹਾਂ ਦਾ ਟਾਈਮ ਹੋਏਗਾ ਜਦੋਂ ਸਕਾਟਲੈਂਡ ਦਾ ਰਾਜਾ ਇੰਗਲੈਂਡ ਦੇ ਰਾਜ ਉੱਤੇ, ਇੰਗਲੈਂਡ ਦੀ ਗੱਦੀ ਉੱਤੇ ਆ ਕੇ ਬੈਠੇਗਾ। ਓਕੇ, ਤਾਂ ਉਹਦਾ ਨਾਮ ਕੀ ਹੈ, ਇਹ ਵੀ ਪੇਪਰ ਦੇ ਵਿੱਚ ਪੁੱਛਿਆ ਗਿਆ ਹੈ। ਮੈਨੂੰ ਯਾਦ ਨਹੀਂ ਆ ਰਿਹਾ ਕਿ ਕਿਹੜਾ ਸਪੈਸੀਫਿਕ ਪੇਪਰ ਸੀ, ਬਟ ਆਈ ਨੋ ਕਿ ਲਿਟਰੇਚਰ ਦੇ ਬੇਸਡ ਹੀ ਕੋਈ ਪੇਪਰ ਸੀ ਜਿਸ ਦੇ ਵਿੱਚ ਇਸ ਰਾਜੇ ਦਾ ਸਕਾਟਲੈਂਡ ਵਾਲਾ ਨਾਮ ਪੁੱਛਿਆ ਗਿਆ ਸੀ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਡਾਇਰੈਕਟ ਕੁਐਸਚਨ ਹਿਸਟਰੀ ਤੋਂ, ਕਿ ਜੇਮਸ 6 ਆਫ ਸਕਾਟਲੈਂਡ ਦੇ ਵਿੱਚ ਉਹਨਾਂ ਦਾ ਨਾਮ ਸੀ ਜੇਮਸ 6। ਬਟ ਜਦੋਂ ਉਹ ਇੰਗਲੈਂਡ ਆਏ ਤਾਂ ਉਹਨਾਂ ਨੇ ਆਪਣਾ ਨਾਮ ਰੱਖਿਆ ਜੇਮਸ 1, right? James 6 of Scotland and James 1 of England, okay? ਤਾਂ ਜੇਮਸ 6 ਆਫ ਸਕਾਟਲੈਂਡ ਨੇ ਸੋਚਿਆ ਕਿ ਮੇਰੇ ਕੋਲ ਮੌਕਾ, ਮੈਂ ਜਾ ਕੇ ਉੱਥੇ ਮਤਲਬ ਰਾਜ ਕਰਦਾ, ਤੇ ਇਸਨੇ ਯੂਨੀਫਾਈ ਕਰਨੇ ਦੀ ਕੋਸ਼ਿਸ਼ ਕੀਤੀ ਸਕਾਟਲੈਂਡ ਤੇ ਇੰਗਲੈਂਡ ਨੂੰ। ਇਹ ਹਿਸਟਰੀ ਦੇ ਵਿੱਚ ਸਿਰਫ ਇੱਕ ਹੀ ਵਾਰ ਹੋਇਆ ਕਿ ਦੋ ਦੇਸ਼ਾਂ ਦਾ ਇੱਕ ਰਾਜਾ ਹੋਵੇ, ਠੀਕ ਹੈ। ਐਂਡ ਤੁਸੀਂ ਪੜ੍ਹ ਸਕਦੇ ਹੋ, ਬਿਕੇਮ ਜੇਮਸ 1 ਆਫ ਇੰਗਲੈਂਡ। ਫॉर द फर्स्ट टाइम ਇੰਗਲੈਂਡ ਐਂਡ ਸਕਾਟਲੈਂਡ ਕੇਮ ਅੰਡਰ ਵਨ ਮੋਨਾਰਕ। ਮੋਨਾਰਕ ਮੀਨਸ ਰਾਜਾ। ਹੁਣ ਆਪਾਂ ਜੈਕੋਬੀਅਨ ਏਜ ਦੀ ਗੱਲ ਕਰਦੇ ਹਾਂ। ਜੈਕੋਬੀਅਨ ਏਜ, ਜਿੱਦਾਂ ਐਲਿਜ਼ਾਬੈਥਨ ਏਜ ਸੀ ਕੁਈਨ ਐਲਿਜ਼ਾਬੈਥ ਦੇ ਨਾਮ ਦੇ ਉੱਤੇ, ਜੈਕੋਬੀਅਨ ਏਜ refers to the period during the reign of King James I of England 1603 to 1625। ਇਹ ਰਾਜਾ ਨਾ ਬੜਾ ਹੀ ਦਿਲਚਸਪ ਤੁਹਾਨੂੰ ਲੱਗੇਗਾ, ਅੱਗੇ ਤੁਸੀਂ ਪੜ੍ਹੋਗੇ ਕਿ ਇਸਨੇ ਕੀ ਕੀਤਾ ਸੀ, ਕਿਸ ਦੇ ਨਾਲ ਜਿਹੜਾ ਹੈ ਲਿਟਰੇਚਰ ਦੇ ਵਿੱਚ ਇੰਨਾ ਜ਼ਿਆਦਾ ਚੇਂਜ ਆਇਆ, ਉਹ ਤੁਹਾਨੂੰ ਸਾਰਾ ਕੁਝ ਸਮਝ ਆ ਜਾਏਗਾ। The word Jacobean is derived from the Latin word Jacobus means James, ਠੀਕ ਹੈ। ਤਾਂ ਤੁਸੀਂ ਇੱਕ ਚੀਜ਼ ਹੋਰ ਦੇਖਣੀ ਹੈ ਕਿ ਇਹ ਆਪਣੇ ਆਪ ਨੂੰ ਨਾ ਜੈਕੋਬ, ਇਹਨੂੰ ਨਿਕਨੇਮ ਇਹਨੂੰ ਦਿੱਤਾ ਹੋਇਆ ਸੀ ਲੋਕਾਂ ਨੇ, ਜੈਕੋਬ,
ਠੀਕ ਹੈ, ਜਿਸ ਦੇ ਉੱਤੇ ਇਹ ਏਜ ਪਈ ਆ। ਤਾਂ ਜੇਮਸ ਵਨ ਨੂੰ ਹੀ ਲੋਕ ਨਿਕਨੇਮ ਦਿੰਦੇ ਸੀ, ਜੈਕੋਬ ਦੇ ਨਾਮ ਨਾਲ ਉਹਨੂੰ ਬੁਲਾਉਂਦੇ ਸੀ। ਤੇ ਇਸ ਏਜ ਨੇ ਫੋਲੋ ਕੀਤਾ ਐਲਿਜ਼ਾਬੈਥਨ ਏਜ ਨੂੰ, ਤੇ ਬਹੁਤ ਹੀ ਜ਼ਿਆਦਾ, ਐਂਡ ਇਟ ਮਾਰਕਸ ਅ ਟ੍ਰਾਂਜੀਸ਼ਨ ਫਰੋਮ ਓਪਟਿਮਿਜ਼ਮ ਆਫ ਰੈਨੇਸੈਂਸ ਐਂਡ ਮੋਰ ਸੀਰੀਅਸ ਐਂਡ ਪੈਸਿਮਿਸਟਿਕ ਆਊਟਲੁੱਕ ਔਨ ਲਾਈਫ। ਹੁਣ ਜਿੰਨਾ ਤੁਸੀਂ ਐਲਿਜ਼ਾਬੈਥਨ ਏਜ ਦੇ ਵਿੱਚ ਉਹ ਬਲੌਸਮ ਦੇਖਦੇ ਹੋ, ਉਹ ਖੁਸ਼ੀਆਂ ਦੇਖਦੇ ਹੋ, ਉਹ ਸਾਰੀਆਂ ਹੌਲੀ ਹੌਲੀ ਹੁਣ ਘਟਣਗੀਆਂ। ਹੁਣ ਦੁਬਾਰਾ ਬਹੁਤ ਵੱਡਾ ਸ਼ਿਫਟ ਆਏਗਾ, ਪੋਲੀਟੀਕਲੀ ਵੀ ਤੇ ਸੋਸ਼ਲੀ ਵੀ ਤੇ ਕਲਚਰਲੀ ਵੀ, ਜਿਸ ਦਾ ਡਾਇਰੈਕਟ ਇੰਪੈਕਟ ਤੁਹਾਨੂੰ ਲਿਟਰੇਚਰ ਦੇ ਵਿੱਚ ਦੇਖਣ ਨੂੰ ਮਿਲੇਗਾ। ਹੁਣ ਤੁਸੀਂ ਹੁਣ ਤੱਕ ਕੀ ਪੜ੍ਹਿਆ ਕਿ ਲਿਟਰੇਚਰ ਬਹੁਤ ਹੀ ਜ਼ਿਆਦਾ ਪੀਕ ਤੇ ਪਹੁੰਚ ਗਿਆ, ਡਿਸਕਵਰੀਜ਼ ਹੋ ਗਈਆਂ, ਸਪੈਨਿਸ਼ ਆਰਮਡਾ ਉਹ ਸਪੇਨ ਤੋਂ ਜਿੱਤ ਗਏ, ਉਹਨਾਂ ਦੀ ਜਿਹੜੀ ਹੈ ਵਿਕਟਰੀ ਬਹੁਤ ਹੀ ਨੈਸ਼ਨਲ ਪ੍ਰਾਈਡ ਬਣਿਆ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਐਲਿਜ਼ਾਬੈਥਨ ਟਾਈਮ ਦੇ ਵਿੱਚ ਹੋਈਆਂ। ਹੁਣ ਜੈਕੋਬੀਅਨ ਟਾਈਮ ਦੇ ਵਿੱਚ ਕੀ ਹੋਇਆ, ਇੱਕ ਹੋਰ ਗੱਲ ਤੁਸੀਂ ਯਾਦ ਰੱਖਣਾ ਹੈ ਕਿ ਜੇਮਸ ਵਨ ਸੀ ਜਿਹੜੇ ਉਹ ਸਟੂਅਰਟ ਡਾਇਨੈਸਟੀ ਨੂੰ ਬਿਲੋਂਗ ਕਰਦੇ ਆ। ਠੀਕ ਹੈ, ਸਟੂਅਰਟ ਡਾਇਨੈਸਟੀ। ਹੁਣ ਇੱਥੇ ਤੱਕ ਤੁਸੀਂ ਇੱਕ ਚੀਜ਼ ਹੋਰ ਰਿਲੀਜੀਅਸ ਵੇ ਨਾਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਜੋ ਕੁਈਨ ਐਲਿਜ਼ਾਬੈਥ ਸ਼ੀ ਵਾਜ਼ ਪ੍ਰੋਟੈਸਟੈਂਟ, ਸਮਝਾਇਆ ਸੀ ਨਾ, ਕੈਥੋਲਿਕ ਤੇ ਪ੍ਰੋਟੈਸਟੈਂਟ ਦੇ ਵਿੱਚ ਫਰਕ ਹੈ। ਦੋ ਧਰਮ ਇੱਥੇ ਪ੍ਰੋਮੀਨੈਂਟ ਨੇ, ਕੈਥੋਲਿਕ ਐਂਡ ਪ੍ਰੋਟੈਸਟੈਂਟ। ਹੁਣ ਕਿਹਾ ਜਾਂਦਾ ਕਿ ਜੇਮਸ ਵਨ ਜੋ ਨੇ, ਇਹਨਾਂ ਦੀ ਮਦਰ ਜੋ ਸੀ ਉਹ ਕੈਥੋਲਿਕ ਸੀ। ਤਾਂ ਕਿਤੇ ਨਾ ਕਿਤੇ ਜੇਮਸ ਵਨ ਦੀ ਨਜ਼ਰ ਦੇ ਵਿੱਚ ਵੀ, ਜੇਮਸ ਵਨ ਆਲਸੋ ਵਾਂਟ ਟੂ ਬੀ ਕੈਥੋਲਿਕ, ਬਟ ਇਹ ਨਹੀਂ ਬਣ ਸਕੇਗਾ ਕਿਉਂਕਿ ਪ੍ਰਜਾ ਕੀ ਹੈ, ਜ਼ਿਆਦਾਤਰ ਪ੍ਰੋਟੈਸਟੈਂਟ, ਰਾਈਟ। ਤਾਂ ਇੱਥੇ ਜੇ ਰਾਜ ਕਰਨਾ ਹੈ ਤਾਂ ਰਾਜਾ ਵੀ ਪ੍ਰੋਟੈਸਟੈਂਟ ਚਾਹੀਦਾ ਸੀ, ਇਸ ਕਰਕੇ ਇਹ ਮਤਲਬ ਦੋਨਾਂ ਦੇ ਵਿੱਚ ਇਹ ਡਿਪਲੋਮੈਟ ਬਹੁਤ ਸੀ। ਇਹ ਕਿਸੇ ਦੇ ਅੱਗੇ ਵੀ ਬੁਰਾ ਨਹੀਂ ਸੀ ਬਣਨਾ ਚਾਹੁੰਦਾ, ਨਾ ਪ੍ਰੋਟੈਸਟੈਂਟ ਦੇ ਅੱਗੇ ਨਾ ਕੈਥੋਲਿਕਸ ਦੇ ਅੱਗੇ। ਤਾਂ ਇਹਨੇ ਇਸ ਤਰ੍ਹਾਂ ਹੀ ਰਾਜ ਕੀਤਾ। ਮਤਲਬ ਬਾਕੀ ਅੱਗੇ ਜੋ ਤੁਸੀਂ ਇਹਦੇ ਬਾਰੇ ਪੜ੍ਹੋਗੇ ਤਾਂ ਤੁਹਾਨੂੰ ਥੋੜਾ ਬਹੁਤ ਸਮਝ ਆ ਜਾਏਗਾ। ਹਾਂਜੀ, ਜੈਕੋਬੀਅਨ ਏਜ। ਸਭ ਤੋਂ ਪਹਿਲਾਂ ਆਪਾਂ ਹਿਸਟੋਰੀਕਲ ਇਵੈਂਟਸ ਪੜ੍ਹਦੇ ਹਾਂ। ਅੱਛਾ, ਮੈਂ ਤੁਹਾਨੂੰ ਦੱਸਿਆ ਸੀ ਇੱਕ ਡਾਰਕ ਪੀਰੀਅਡ ਆਇਆ ਸੀ, ਇੱਕ ਬੈਰਨ ਪੀਰੀਅਡ ਆਇਆ ਸੀ, ਜਿਸ ਦੇ ਵਿੱਚ ਕੋਈ ਵੀ ਲਿਟਰੇਚਰ ਜ਼ਿਆਦਾਤਰ ਫਲਰਿਸ਼ ਨਹੀਂ ਹੋਇਆ, ਨਾ ਹੀ ਲਿਖਿਆ ਗਿਆ, ਕਿਉਂਕਿ ਲੋਕ ਸਾਰੇ ਕਿੱਥੇ ਵਿਅਸਤ ਸੀ, ਵੋਰ ਦੇ ਵਿੱਚ, ਹੈ ਨਾ। ਤੇ ਹੁਣ ਫੇਰ ਬਹੁਤ ਵੱਡੇ ਵੱਡੇ ਇਵੈਂਟਸ ਇੱਥੇ ਹੋਣਗੇ, ਉਹ ਵੀ ਤੁਸੀਂ ਯਾਦ ਰੱਖਣੇ, ਕਿਉਂਕਿ ਇਹਨਾਂ ਇਵੈਂਟਸ ਦਾ ਡਾਇਰੈਕਟ ਜਿਹੜਾ ਇਨਫਲੂਐਂਸ ਹੋਏਗਾ ਉਹ ਲਿਟਰੇਚਰ ਦੇ ਵਿੱਚ ਹੋਏਗਾ। ਠੀਕ ਹੈ, ਫਸਟ ਇਵੈਂਟ ਹੈ ਯੂਨੀਅਨ ਆਫ ਦਾ ਕਰਾਊਨ, ਜਿਹੜਾ ਮੈਂ ਤੁਹਾਨੂੰ ਦੱਸ ਹੀ ਦਿੱਤਾ, ਕਨਫਿਊਜ਼ ਨਹੀਂ ਹੋਣਾ। ਕਰਾਊਨ ਦਾ ਮਤਲਬ ਹੈ ਰਾਜ। ਠੀਕ ਹੈ, ਦੋ ਰਾਜ ਹੁਣ ਯੂਨੀਫਾਈ ਹੋ ਗਏ, ਸਕਾਟਲੈਂਡ ਦਾ ਤੇ ਇੰਗਲੈਂਡ ਦਾ, ਇੱਕ ਹੀ ਰਾਜ ਹੈ ਜੇਮਸ ਵਨ। ਦੂਸਰਾ ਗਨ ਪਾਊਡਰ ਪਲੋਟ, ਇਹਦੇ ਬਾਰੇ ਮੈਂ ਤੁਹਾਨੂੰ ਦੱਸੂਗੀ। 1605 ਯਾਦ ਰੱਖਣਾ, ਬਹੁਤ ਹੀ ਵੱਡਾ ਹਿਸਟੋਰੀਕਲ ਇਵੈਂਟ ਆ। ਰਾਈਜ਼ ਆਫ ਐਬਸੋਲਿਊਟਿਜ਼ਮ। ਹੁਣ ਇਹ ਸਮਝੋ ਐਬਸੋਲਿਊਟਿਜ਼ਮ ਕੀ ਆ। ਜਿਹੜਾ ਜੇਮਸ ਵਨ ਸੀ ਉਸਦੇ ਅਕੋਰਡਿੰਗ, ਠੀਕ ਹੈ, ਉਹ ਵਿਸ਼ਵਾਸ ਕਰਦਾ ਸੀ ਡਿਵਾਈਨ ਕਿੰਗਸ਼ਿਪ ਦੇ ਵਿੱਚ, ਡਿਵਾਈਨ ਰਾਈਟਸ ਆਫ ਕਿੰਗ। ਹੁਣ ਡਿਵਾਈਨ ਰਾਈਟਸ ਆਫ ਕਿੰਗ ਕੀ ਹੁੰਦਾ ਹੈ ਕਿ ਜਿਹੜਾ ਰਾਜਾ ਹੈ, ਜੇਮਸ ਵਨ ਦੇ ਅਕੋਰਡਿੰਗ ਦੱਸ ਰਹੀ ਹਾਂ, ਜੇਮਸ ਵਨ ਨੂੰ ਇਹ ਲੱਗਦਾ ਕਿ ਜਿਹੜਾ ਰਾਜਾ ਹੁੰਦਾ ਨਾ, ਉਹਦੇ ਕੋਲ ਹਰੇਕ ਦੇਵੀ ਸ਼ਕਤੀ ਆ। ਠੀਕ ਹੈ, ਜੋ ਕਹੇਗਾ ਉਹ ਮੈਸੇਂਜਰ ਆਫ ਗੋਡ ਹੈ, ਤੇ ਲੋਕਾਂ ਨੂੰ ਉਹੀ ਮੰਨਣਾ ਪਏਗਾ। ਮੀਨਸ ਉਹਦੀ ਜਿਹੜੀ ਹੈ, ਜੋ ਵੀ ਉਹਦੀ ਗੱਲ ਹੋਏਗੀ, ਕੋਈ ਉਸਦੀ ਗੱਲ ਨੂੰ ਟਾਲ ਨਹੀਂ ਪਾਏਗਾ, ਕੋਈ ਉਹਨੂੰ ਮਨਾ ਨਹੀਂ ਕਰ ਪਾਏਗਾ। ਠੀਕ ਹੈ, ਆਈ ਹੈਵ ਡਿਵਾਈਨ ਰਾਈਟਸ ਆਫ ਕਿੰਗਸ਼ਿਪ, ਜਿੱਦਾਂ ਮੈਂ ਕਹੂੰਗਾ ਤੁਹਾਨੂੰ ਉਦਾਂ ਹੀ ਕਰਨਾ ਪੈਣਾ। ਇਹ ਜੇਮਸ ਵਨ ਦਾ ਕਹਿਣਾ ਸੀ। ਤਾਂ ਉਹਨੂੰ ਇਹ ਲੱਗਦਾ ਸੀ ਵੀ ਸਾਨੂੰ ਪਰਮਾਤਮਾ ਨੇ ਭੇਜਿਆ ਸੇਵਾ ਕਰਨ ਦੇ ਲਈ, ਤੇ ਰਾਜਾ ਜੋ ਕਹੇਗਾ ਉਹੀ ਹੋਣਾ ਚਾਹੀਦਾ, ਕਿਉਂਕਿ ਸਾਡੇ ਕੋਲ ਕੀ ਹੈ, ਡਿਵਾਈਨ ਰਾਈਟ। ਸਮਝ ਆ ਗਈ। ਤਾਂ ਉਹਨੂੰ ਬੋਲਦੇ ਆ ਆਪਾਂ ਐਬਸੋਲਿਊਟਿਜ਼ਮ। ਹੁਣ ਇਹ ਚੀਜ਼ਾਂ ਹੋਈਆਂ। ਗਨ ਪਾਊਡਰ ਪਲੋਟ ਕੀ ਆ, ਗਨ ਪਾਊਡਰ ਪਲੋਟ ਜਿਹੜਾ ਹੈ ਉਹ ਰਿਲੀਜੀਅਸ ਕੌਨਫਲਿਕਟਸ ਕਰਕੇ ਹੋਇਆ। ਠੀਕ ਹੈ, ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸੀ ਹੈ ਕਿ ਕੁਈਨ ਐਲਿਜ਼ਾਬੈਥ ਵਾਜ਼ ਪ੍ਰੋਟੈਸਟੈਂਟ। ਕਿ ਕੈਥੋਲਿਕ ਸਾਰੇ ਚਲੇ ਹੀ ਗਏ ਹੋਣੇ, ਇਦਾਂ ਦਾ ਕੁਛ ਨਹੀਂ। ਕੈਥੋਲਿਕ ਵੀ ਜਿੱਦਾਂ ਮੈਜੋਰਿਟੀ ਮਾਈਨੋਰਿਟੀ ਇਦਾਂ ਹੁੰਦਾ ਰਹਿੰਦਾ ਸੀ, ਤੇ ਹੁਣ ਜ਼ਿਆਦਾਤਰ ਪ੍ਰੋਟੈਸਟੈਂਟ ਇੰਗਲੈਂਡ ਦੇ ਵਿੱਚ ਰਹਿ ਰਹੇ ਆ, ਮਾਈਨੋਰਿਟੀ ਦੇ ਵਿੱਚ ਕੈਥੋਲਿਕ ਆ ਗਏ। ਠੀਕ ਹੈ, ਕਿਉਂਕਿ ਪ੍ਰੋਟੈਸਟੈਂਟ ਰਾਜਾ ਹੈ ਤਾਂ ਓਬਵੀਅਸਲੀ ਪ੍ਰੋਟੈਸਟੈਂਟਸ ਨੂੰ ਜ਼ਿਆਦਾ ਪ੍ਰਿਵਿਲੇਜ ਮਿਲੇਗੀ, ਰਾਈਟ। ਤਾਂ ਜਿਹੜੇ ਕੈਥੋਲਿਕ ਸੀ, ਕੁਝ ਕੈਥੋਲਿਕਸ, ਉਹਨਾਂ ਨੇ ਕੀ ਸੋਚਿਆ, ਕਿਉਂ ਨਾ ਅਸੀਂ ਰਾਜੇ ਨੂੰ ਮਾਰ ਦਈਏ। ਠੀਕ ਹੈ, ਤਾਂ ਗਨ ਪਾਊਡਰ ਪਲੋਟ ਰਚਿਆ ਗਿਆ
ਫੋਰ ਦਾ ਅਸੈਸੀਨੇਸ਼ਨ ਆਫ ਜੇਮਸ ਵਨ, ਕਿ ਜੇਮਸ ਵਨ ਜਦੋਂ ਪਾਰਲੀਮੈਂਟ ਦੇ ਵਿੱਚ ਆਏਗਾ ਅਸੀਂ ਪਾਰਲੀਮੈਂਟ ਨੂੰ ਉਡਾ ਦਾਂਗੇ ਬੰਬ ਦੇ ਨਾਲ, ਠੀਕ ਹੈ। ਗਨ ਪਾਊਡਰ ਪਲੋਟ ਉਹਨੂੰ ਹੀ ਬੋਲਿਆ ਜਾਂਦਾ ਹੈ, ਬਟ ਇਹ ਬੁਰੇ ਤਰੀਕੇ ਨਾਲ ਫੇਲ ਹੋਇਆ ਸੀ। ਜਿਹੜੇ ਕੌਨਸਪੀਰੇਟਰ ਸੀ ਉਹਨਾਂ ਨੂੰ ਬਹੁਤ ਬੁਰੀ ਸਜ਼ਾ ਮਿਲੀ ਸੀ। ਰਾਤ ਨੂੰ ਹੀ ਪਤਾ ਚੱਲ ਗਿਆ ਸੀ ਕਿ ਹਾਂ ਕੱਲ ਨੂੰ ਐਦਾਂ ਹੋਣ ਵਾਲਾ ਹੈ, ਜੇਮਸ ਵਨ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਦੀਆਂ ਫੇਲ ਹੋ ਗਈਆਂ ਸੀ, ਰਾਈਟ। ਆ ਤਿੰਨ ਵੱਡੇ ਜਿਹੜੇ ਨੇ ਇਵੈਂਟਸ ਤੁਸੀਂ ਯਾਦ ਰੱਖਣੇ ਆ, ਜਿਨ੍ਹਾਂ ਦਾ ਇੰਪੈਕਟ ਡਾਇਰੈਕਟਲੀ ਤੁਹਾਨੂੰ ਦੇਖਣ ਨੂੰ ਮਿਲੇਗਾ ਲਿਟਰੇਚਰ ਦੇ ਵਿੱਚ। ਨਾਓ ਕਲਾਸ ਸਟਰਕਚਰ ਦੇਖੋ, ਹੁਣ ਚੌਸਰ ਦੀ ਏਜ ਦੇ ਵਿੱਚ ਵੀ ਮੈਂ ਤੁਹਾਨੂੰ ਕਲਾਸ ਸਟਰਕਚਰ ਦੱਸੀ ਸੀ ਨਾ। ਚੌਸਰ ਦੀ ਏਜ ਦੇ ਵਿੱਚ ਕਲਾਸ ਕਿੰਨੇ ਹਿੱਸਿਆਂ ਦੇ ਵਿੱਚ ਵੰਡੀ ਹੋਈ ਸੀ? 3 ਹਿੱਸਿਆਂ ਦੇ ਵਿੱਚ, ਨੋਬਿਲਿਟੀ, ਫਿਰ ਕਲਰਜੀ, ਦੈਨ ਲਾਸਟ ਵਰਕਿੰਗ ਕਲਾਸ। ਓਕੇ, ਇਸੇ ਤਰ੍ਹਾਂ ਜੇ ਆਪਾਂ ਹੁਣ ਦੀ ਕਲਾਸ ਦੀ ਗੱਲ ਕਰੀਏ ਤਾਂ ਕਿੰਨੇ ਹਿੱਸੇ ਹੋ ਗਏ? 1 2 3 4 5 ਹਿੱਸਿਆਂ ਦੇ ਵਿੱਚ ਕਲਾਸ ਜਿਹੜੀ ਹੈ ਉਹ ਵੰਡ ਦਿੱਤੀ ਗਈ। ਸਭ ਤੋਂ ਪਹਿਲਾਂ ਕਿੰਗ, ਮਤਲਬ ਕਿੰਗ ਕੋਲ ਤਾਂ ਡਿਵਾਈਨ ਰਾਈਟ ਆ, ਉਹ ਸਭ ਤੋਂ ਉੱਤੇ। ਉਸ ਤੋਂ ਬਾਅਦ ਜਿਹੜੇ ਉਹਦੇ ਵਜ਼ੀਰ ਅੱਗੇ, ਮਤਲਬ ਜਿਹੜੇ ਨੋਬਿਲਿਟੀ ਦੇ ਵਿੱਚ ਆ ਜਾਂਦੇ ਨੇ, ਵਜ਼ੀਰ ਹੋ ਗਏ, ਕਿੰਗ ਦੇ ਜਿਹੜੇ ਨਾਲ ਵਾਲੇ ਹੁੰਦੇ ਨੇ ਉਹਨੂੰ ਸਲਾਹ ਦੇਣ ਵਾਲੇ, ਉਹ ਸਾਰੇ, ਠੀਕ ਹੈ। ਆ ਨੋਬਿਲਿਟੀ ਹੋ ਗਈ, ਜਿਹੜੇ ਰਾਜ ਸ਼ਾਹੀ ਪਰਿਵਾਰ ਦੇ ਵਿੱਚ ਆ ਜਾਣਗੇ ਉਹ ਨੋਬਿਲਿਟੀ ਕਿੰਗ ਤੋਂ ਅੰਡਰ ਹੈਰਾਰਕੀ ਦੇ ਵਿੱਚ। ਫਿਰ ਤੁਹਾਡੀ ਜੈਂਟਰੀ ਆ ਗਈ, ਠੀਕ ਹੈ। ਫਿਰ ਮਰਚੈਂਟ ਆ ਗਏ, ਨਾਈਟਸ ਵੀ ਇਹਦੇ ਵਿੱਚ ਹੀ ਆ ਜਾਣਗੇ, ਜਿਹੜੀ ਨੋਬਿਲਿਟੀ ਹੈ। ਪੀਜ਼ੈਂਟ ਜਿਹੜੇ ਨੇ ਉਹ ਫਾਰਮਰ, ਸਭ ਤੋਂ ਨੀਚੇ ਵਾਲੀ ਲੇਡਰ ਤੇ ਕੌਣ ਨੇ? ਪੀਜ਼ੈਂਟ ਫਾਰਮਰਸ, ਠੀਕ ਹੈ। ਵਰਕਿੰਗ ਕਲਾਸ ਜਿਹੜੀ ਹੈ ਉਹ ਬਿਲਕੁਲ ਨੀਚੇ ਆ। ਓਕੇ, ਇਹਦੇ ਵਿੱਚ ਕੋਈ ਵੀ ਇੰਨਾ ਖਾਸ ਚੇਂਜ ਨਹੀਂ ਹੈ, ਬਸ ਤੁਸੀਂ ਇੰਨਾ ਕੁ ਯਾਦ ਰੱਖਣਾ ਕਿ ਨੋਬਿਲਿਟੀ ਤੋਂ ਵੀ ਉੱਤੇ ਕਿੰਗ ਆਪਣੇ ਆਪ ਨੂੰ ਮੰਨਣ ਲੱਗ ਗਿਆ। ਪਹਿਲਾਂ ਕੀ ਸੀ? ਨੋਬਿਲਿਟੀ ਦੇ ਵਿੱਚ ਹੀ ਕਿੰਗ ਆਂਦਾ ਸੀ, ਬਟ ਹੁਣ ਕੀ ਕਿਹਾ ਕਿੰਗ ਨੇ? ਆਈ ਹੈਵ ਡਿਵਾਈਨ ਰਾਈਟ, ਠੀਕ ਹੈ, ਆਈ ਕੈਨ ਡੂ ਐਨੀਥਿੰਗ ਵਟ ਆਈ ਵਾਂਟ ਟੂ ਡੂ, ਉਹੀ ਚੀਜ਼ ਹੈ। ਨਾਓ ਰਿਲੀਜੀਅਸ ਕੰਡੀਸ਼ਨਸ, ਰਿਲੀਜੀਅਸ ਕੰਡੀਸ਼ਨ ਦੇਖੋ, ਹੁਣ ਪਹਿਲਾਂ 2 ਧਰਮ ਪ੍ਰੋਮੀਨੈਂਟ ਸੀ, ਹੁਣ 3 ਹੋ ਗਏ ਆ, ਠੀਕ ਹੈ। ਇਸ ਪੀਰੀਅਡ ਦੇ ਵਿੱਚ ਇੰਟੈਂਸ ਰਿਲੀਜੀਅਸ ਕਨਫਲਿਕਟ ਹੋਇਆ। ਕਿਉਂ ਹੋਇਆ? ਪ੍ਰੋਟੈਸਟੈਂਟ ਸੀ ਜਿਹੜੇ, ਹੁਣ 2 ਚਰਚਿਸ ਬਣ ਚੁੱਕੀਆਂ ਨੇ ਉੱਥੇ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿਹੜੀਆਂ ਕਿਹੜੀਆਂ। ਇੱਕ ਤਾਂ ਹੈ ਰੋਮਨ ਕੈਥੋਲਿਕ ਚਰਚ, ਰੋਮਨ ਕੈਥੋਲਿਕ ਚਰਚ ਪੁਰਾਣੀ ਹੀ ਆ, ਠੀਕ ਹੈ, ਰੋਮਨ ਕੈਥੋਲਿਕ ਚਰਚ। ਦੂਸਰੀ ਚਰਚ ਹੈ ਤੁਹਾਡੀ ਆ ਵਾਲੀ ਇੰਗਲਿਸ਼ ਚਰਚ, ਜਿਸਨੂੰ ਐਂਗਲੀਕਨ ਚਰਚ ਵੀ ਬੋਲ ਦਿੰਦੇ ਆ, ਪ੍ਰੋਟੈਸਟੈਂਟ ਚਰਚ ਵੀ ਬੋਲ ਦਿੰਦੇ ਆ। ਤਾਂ ਇਹ 2 ਚਰਚਿਸ ਆ, ਠੀਕ ਹੈ। ਹੁਣ ਦੇਖੋ, ਪ੍ਰੋਟੈਸਟੈਂਟ ਸੀ ਜਿਹੜੇ ਹੈਨਰੀ 8 ਤੋਂ ਸ਼ੁਰੂ ਹੋਈ ਆ ਇਹ ਚਰਚ, ਇੰਗਲਿਸ਼ ਚਰਚ, ਚਰਚ ਆਫ ਇੰਗਲੈਂਡ ਜਿਹਨੂੰ ਬੋਲਦੇ ਆ, ਠੀਕ ਹੈ। ਪ੍ਰੋਟੈਸਟੈਂਟ ਸਾਰੇ ਇਸ ਚਰਚ ਨੂੰ ਸਪੋਰਟ ਕਰਦੇ ਆ, ਰਾਈਟ, ਕਿਉਂਕਿ ਇਹਨਾਂ ਦੇ ਇੰਨੇ ਖਾਸ ਰਿਜਿਡ ਰੂਲਸ ਐਂਡ ਰੈਗੂਲੇਸ਼ਨ ਨਹੀਂ ਹੈਗੇ। ਜਿਹੜੇ ਰੋਮਨ ਕੈਥੋਲਿਕ ਚਰਚ ਵਾਲੇ ਸੀ ਉਹਨਾਂ ਦੇ ਅਕੋਰਡਿੰਗ ਯੂ ਕਾਂਟ ਮੈਰੀ, ਠੀਕ ਹੈ, ਤੁਸੀਂ ਹਰ ਰੋਜ਼ ਚਰਚ ਜਾਣਾ ਹੈ, ਤੁਸੀਂ ਰਿਲੀਜੀਅਸ ਚੀਜ਼ਾਂ ਹੀ ਪੜ੍ਹਨੀਆਂ ਹੈ, ਤੁਸੀਂ ਹੋਰ ਕੁਝ ਨਹੀਂ ਕਰ ਸਕਦੇ, ਮਤਲਬ ਬਹੁਤ ਸਟ੍ਰਿਕਟ ਰੂਲਸ ਹੁੰਦੇ ਆ ਰੋਮਨ ਕੈਥੋਲਿਕਸ ਦੇ। ਪ੍ਰੋਟੈਸਟੈਂਟਸ ਦੇ ਰੂਲ ਇੰਨੇ ਜ਼ਿਆਦਾ ਸਟ੍ਰਿਕਟ ਨਹੀਂ ਹੁੰਦੇ, ਉਹ ਸਿਰਫ ਸੰਡੇ ਨੂੰ ਚਰਚ ਜਾਂਦੇ ਸੀ, ਤੇ ਐਦਾਂ ਦਾ ਕੁਝ ਨਹੀਂ ਸੀ ਕਿ ਵਿਆਹ ਨਹੀਂ ਕਰਾਉਣਾ, ਉਹ ਮੈਰਿਜ ਵੀ ਕਰਾ ਲੈਂਦੇ ਸੀ, ਠੀਕ ਹੈ। ਤਾਂ ਇਹ ਹੋ ਗਈ ਇੰਗਲਿਸ਼ ਚਰਚ, ਜਿਹੜੀ ਹੈਨਰੀ 8 ਨੇ ਬਣਾਈ ਸੀ ਜਦੋਂ ਉਹਨੂੰ ਤਲਾਕ ਚਾਹੀਦਾ ਸੀ, ਅਗਰ ਤੁਹਾਨੂੰ ਯਾਦ ਹੋਵੇ, ਰਿਕਾਲ ਕਰੋ। ਫਿਰ ਹੈ ਤੁਹਾਡੀ ਕੈਥੋਲਿਕਸ, ਕੈਥੋਲਿਕਸ ਨੂੰ ਲੱਗਿਆ ਵੀ ਹੁਣ ਜਿਹੜਾ ਹੈ, ਹੁਣ ਪ੍ਰੋਟੈਸਟੈਂਟ ਰਾਜਾ ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਸਾਡੇ ਨਾਲ ਕੀ ਹੋ ਰਿਹਾ? ਡਿਸਕ੍ਰਿਮੀਨੇਸ਼ਨ ਹੋ ਰਿਹਾ। ਹੁਣ ਪ੍ਰੋਟੈਸਟੈਂਟ ਨੂੰ ਇਹੀ ਡਰ ਲੱਗਦਾ ਰਹਿੰਦਾ ਸੀ ਵੀ ਸਾਨੂੰ ਮਾਰ ਨਾ ਦਿੱਤਾ ਜਾਵੇ। ਉਹ ਹਰੇਕ ਕੈਥੋਲਿਕ ਜਿਹੜਾ ਹੈ ਉਹ ਪ੍ਰੋਟੈਸਟੈਂਟਸ ਤੋਂ ਡਰਦੇ ਸੀ, ਸ਼ੱਕ ਬਹੁਤ ਜ਼ਿਆਦਾ ਹੋ ਗਿਆ ਸੀ, ਹੈ ਨਾ। ਹੋ ਜਾਂਦਾ ਨਾ ਇੱਦਾਂ, ਜਦੋਂ ਕੁਛ ਐਵੇਂ ਦੀ ਚੀਜ਼ਾਂ ਹੋ ਜਾਣ ਧਰਮ ਨੂੰ ਲੈ ਕੇ ਤਾਂ ਖਾਸ ਕਰਕੇ, ਤਾਂ ਉਹੀ ਚੀਜ਼ਾਂ ਜਿਹੜੀਆਂ ਨੇ ਇੱਥੇ ਕੌਨਫਲਿਕਟ ਹੋਣਾ ਸ਼ੁਰੂ ਹੋ ਗਿਆ ਸੀ। ਪਿਓਰਿਟਨਸ, ਹੁਣ ਇਹ ਪਿਓਰਿਟਨਸ ਕੌਣ ਆ? ਪਿਓਰਿਟਨਸ ਕੁਝ ਨਵੇਂ ਲੋਕ ਆ ਗਏ ਸੀ ਇੱਥੇ, ਐਵੇਂ ਦਾ ਕੁਛ ਨਹੀਂ, ਤਾਂ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਅੱਗੇ ਇਹਨਾਂ ਦੀ ਵੀ ਏਜ ਆਏਗੀ, ਠੀਕ ਹੈ। ਪਿਓਰਿਟਨਸ ਜਿਹੜੇ ਨੇ ਉਹ ਵੈਸੇ ਤਾਂ ਪ੍ਰੋਟੈਸਟੈਂਟ ਆ, ਠੀਕ ਹੈ, ਜੋ ਪਿਓਰਿਟਨਸ ਆ ਉਹ ਪ੍ਰੋਟੈਸਟੈਂਟ ਹੀ ਆ। ਜਸਟ ਵੇਟ, Puritans are Protestant, but they are English speaking Protestant, okay। और प्योर ਦਾ ਮਤਲਬ ਪਿਓਰ ਫਾਰਮ ਤੋਂ ਬਣਿਆ, ਪਿਓਰ ਮਤਲਬ ਬਿਲਕੁਲ ਪਿਓਰ, ਠੀਕ ਹੈ, ਜਿਨ੍ਹਾਂ ਦੇ ਵਿੱਚ ਕੋਈ ਵੀ ਡਰਟ ਜਾਂ ਮੈਲਾਈਸ ਨਾ ਹੋਵੇ, ਉਹ ਹੁੰਦੇ ਆ ਪਿਓਰਿਟਨ। ਬਹੁਤ ਜ਼ਿਆਦਾ ਸਟ੍ਰਿਕਟ, ਬਹੁਤ ਜ਼ਿਆਦਾ ਰਿਲੀਜੀਅਸ, ਇਹਨਾਂ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਆ ਉਹ ਕੈਥੋਲਿਕਸ ਤੋਂ ਵੀ ਰਿਜਿਡ ਹੁੰਦੇ ਆ। ਪਿਓਰਿਟਨਸ ਦੇ ਅਕੋਰਡਿੰਗ ਤੁਸੀਂ
ਥੀਏਟਰ ਨੂੰ ਉਹ ਬਹੁਤ ਵੱਡਾ ਸ਼ਰਾਪ ਮੰਨਦੇ ਸੀ ਕਿ ਤੁਸੀਂ ਜਿਹੜਾ ਵੀ ਬੰਦਾ ਥੀਏਟਰ ਦੇਖਦਾ ਜਾਂ ਥੀਏਟਰ ਪੜ੍ਹਦਾ ਜਾਂ ਫਿਰ ਪਲੇਜ਼ ਡਰਾਮਾ ਜੋ ਦੇਖਣ ਜਾਂਦਾ, ਇਟ ਮੀਨਸ ਉਹ ਪਿਓਰ ਨਹੀਂ ਹੈਗੇ, ਉਹ ਇਮੋਰਲ ਆ। ਠੀਕ ਹੈ, ਤਾਂ ਪਿਓਰਿਟਨ ਸਮਝ ਗਏ ਨਾ ਤੁਸੀਂ। ਹੁਣ 3 ਤਰ੍ਹਾਂ ਦੇ ਰਿਲੀਜਨ ਉੱਥੇ ਚੱਲ ਰਹੇ ਆ, ਕੁਝ ਜ਼ਿਆਦਾਤਰ ਲੋਕ ਪ੍ਰੋਟੈਸਟੈਂਟ ਆ, ਦੂਸਰੇ ਕੈਥੋਲਿਕਸ ਆ। ਕੈਥੋਲਿਕਸ ਨੂੰ ਜ਼ਿਆਦਾ ਡਰ ਹੋ ਗਿਆ ਕਿਉਂਕਿ ਪ੍ਰੋਟੈਸਟੈਂਟ ਪ੍ਰਜਾ ਜਿਹੜੀ ਹੈ ਮੈਜੋਰਿਟੀ ਦੇ ਵਿੱਚ ਆ। ਤੀਸਰਾ ਪਿਓਰਿਟਨ ਆ ਗਏ। ਹੁਣ ਪਿਓਰਿਟਨਸ ਕੀ ਚਾਹੁੰਦੇ ਸੀ? ਪਿਓਰਿਟਨ ਚਾਹੁੰਦੇ ਸੀ ਵੀ ਜਿਹੜੀ ਚਰਚ ਆ, ਹਾਂ ਇੰਗਲੈਂਡ ਦੀ ਚਰਚ ਆ, ਇਹਨੂੰ ਰਿਫੋਰਮ ਕੀਤਾ ਜਾਵੇ। ਮਤਲਬ ਆ ਸ਼ੋਸ਼ੇਬਾਜ਼ੀਆਂ ਨਾ ਹੋਣ ਜੋ ਚਰਚ ਦੇ ਵਿੱਚ ਹੁੰਦੀਆਂ, ਇੱਕ ਤਰ੍ਹਾਂ ਦਾ ਸਟ੍ਰਿਕਟ ਰੂਲਸ ਬਣਾਏ ਜਾਣ, ਇਹ ਆ ਚਾਹੁੰਦੇ ਸੀ, ਰਾਈਟ। ਹੁਣ ਜਿਹੜੀ ਚੀਜ਼ ਆ ਤੁਸੀਂ ਯਾਦ ਰੱਖਣੀ ਹੈ ਕਿ ਲੰਡਨ ਸੀ ਜਿਹੜਾ, ਲੰਡਨ ਇਜ਼ ਅ ਸਿਟੀ ਆਫ ਇੰਗਲੈਂਡ, ਸੌਰੀ ਕੈਪੀਟਲ ਆਫ ਇੰਗਲੈਂਡ। ਲੰਡਨ ਬਿਕੇਮ ਵੈਲਦੀਅਰ, ਮੋਰ ਪੋਪੂਲੇਟਡ। ਇੱਕ ਤਾਂ ਇਹ ਬਹੁਤ ਜ਼ਿਆਦਾ ਅਮੀਰ ਸਿਟੀ ਬਣ ਗਈ ਸੀ ਤੇ ਬਹੁਤ ਕਰਾਊਡ ਇੱਥੇ ਆਉਣ ਲੱਗ ਗਿਆ ਸੀ ਕਿਉਂਕਿ ਸਾਰੀਆਂ ਚੀਜ਼ਾਂ, ਪ੍ਰੋਫੈਸ਼ਨ, ਇੰਪਲੋਇਮੈਂਟ ਮਿਲ ਗਈ ਸੀ ਨਾ, ਐਕਟਰਸ ਜ਼ਿਆਦਾ ਆਉਣ ਲੱਗ ਗਏ ਸੀ ਤੇ ਮੇਜਰ ਕਲਚਰਲ ਸੈਂਟਰ ਬਣ ਚੁੱਕਿਆ ਸੀ ਲੰਡਨ। ਠੀਕ ਹੈ, ਕਿਉਂਕਿ ਦ ਗਲੋਬ ਥੀਏਟਰ, ਪਹਿਲਾ ਪਬਲਿਕ ਥੀਏਟਰ ਮੈਂ ਤੁਹਾਨੂੰ ਦੱਸਿਆ ਸੀ, ਉਹ ਖੁੱਲ ਗਿਆ ਸੀ, ਰਾਈਟ। ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਹੁਣ ਦੇਖੋ, ਜੋ ਰੈਨੇਸਾਂਸ ਸੀ, ਰੈਨੇਸਾਂਸ ਸਪਿਰਿਟ ਕੰਟੀਨਿਊਡ, ਉਹੀ ਸਪਿਰਿਟ ਰੈਨੇਸਾਂਸ ਮੂਵਮੈਂਟ ਚੱਲ ਰਹੀ ਆ। ਦੱਸਿਆ ਸੀ ਨਾ ਵੀ ਤੁਹਾਨੂੰ ਰੈਨੇਸਾਂ ਕਦ ਤੱਕ ਚੱਲੇਗੀ, ਇਥੋਂ ਐਲਿਜ਼ਾਬੈਥਨ ਏਜ ਤੋਂ ਲੈ ਕੇ ਰੈਨੇਸਾਂ ਜਿਹੜੀ ਹੈ ਉਹ ਤੁਸੀਂ ਮੰਨ ਕੇ ਚੱਲੋ ਕਿ ਉਹ ਪਿਓਰਿਟਨ ਤੱਕ ਜਾ ਰਹੀ ਹੈ। ਰੈਨੇਸਾਂ ਇੱਥੇ ਤੱਕ ਚੱਲੇਗੀ। ਹਾਂਜੀ, ਠੀਕ ਹੈ। ਜੈਕੋਬੀਅਨ ਏਜ ਦੇ ਵਿੱਚ ਹੁਣ ਦੇਖੋ, ਰੈਨੇਸਾਂ ਸਪਿਰਿਟ ਕੰਟੀਨਿਊਡ ਬਟ ਬਿਕੇਮ ਮੋਰ ਮੈਚਿਓਰ, ਉਹ ਥੋੜਾ ਹੋਰ ਮੈਚਿਓਰ ਹੋ ਗਈ ਸਪਿਰਿਟ ਜੋ ਸੀ। ਪੀਪਲ ਬਿਕੇਮ ਇੰਟਰਸਟਡ ਇਨ, ਹੁਣ ਲੋਕਾਂ ਨੇ ਆਪਣਾ ਦਾਇਰਾ ਹੋਰ ਵਧਾ ਦਿੱਤਾ ਸੋਚਣ ਦਾ, ਸਮਝਣ ਦਾ। ਦੇ ਸਟਾਰਟਡ ਥਿੰਕਿੰਗ ਅਬਾਊਟ ਸਾਇੰਸ, ਪੋਲਿਟਿਕਸ, ਸਾਈਕੋਲੋਜੀ, ਹਿਊਮਨ ਬਿਹੇਵੀਅਰ। ਐਂਡ ਵਨ ਮੋਰ ਇੰਪੋਰਟੈਂਟ ਥਿੰਗ ਜਿਹੜੀ ਤੁਸੀਂ ਯਾਦ ਰੱਖਣੀ ਆ, ਜਿਹੜਾ ਇੱਕ ਫੀਚਰ ਹੈ ਜੋ ਜੈਕੋਬੀਅਨ ਲਿਟਰੇਚਰ ਨੂੰ ਐਲਿਜ਼ਾਬੈਥਨ ਲਿਟਰੇਚਰ ਤੋਂ ਡਿਫਰੈਂਟ ਬਣਾਉਂਦਾ। ਜ਼ਿਆਦਾਤਰ ਬੱਚੇ ਕਨਫਿਊਜ਼ ਹੁੰਦੇ ਆ, ਉਹਨਾਂ ਨੂੰ ਲੱਗਦਾ ਕਿ ਐਲਿਜ਼ਾਬੈਥਨ ਪੀਰੀਅਡ ਤੇ ਜੈਕੋਬੀਅਨ ਪੀਰੀਅਡ ਸੇਮ ਹੈ, ਬਟ ਬਹੁਤ ਜ਼ਿਆਦਾ ਜ਼ਮੀਨ ਆਸਮਾਨ ਦਾ ਫਰਕ ਆ। ਪਹਿਲਾਂ ਤਾਂ ਮੋਨਾਰਕੀ ਦਾ ਫਰਕ ਆ, ਦੂਸਰਾ ਇੱਥੇ ਜਿਹੜੇ ਥੀਮਸ ਸੀ, ਜਿਹੜੀ ਰਾਈਟਿੰਗ ਸਟਾਈਲ ਸੀ, ਲਿਟਰੇਚਰ ਸੀ, ਬਿਲਕੁਲ ਡਿਫਰੈਂਟ ਆ। ਤਾਂ ਇਹਨਾਂ ਪੁਆਇੰਟਸ ਨੂੰ ਤੁਸੀਂ ਰਿਮੈਂਬਰ ਕਰਨਾ ਹੈ। ਰਾਈਟਰ ਬਿਗੇਨ ਐਗਜ਼ਾਮਿਨਿੰਗ ਦ ਡਾਰਕਰ ਸਾਈਡ ਆਫ ਹਿਊਮਨ ਨੇਚਰ। ਹਾਲੇ ਤੱਕ ਤੁਸੀਂ ਕੀ ਦੇਖਿਆ ਐਲਿਜ਼ਾਬੈਥਨ ਏਜ ਦੇ ਵਿੱਚ? ਉਹਨਾਂ ਨੇ ਹਿਊਮਨ ਨੇਚਰ ਨੂੰ ਐਕਸਪਲੋਰ ਕਰਨਾ ਸ਼ੁਰੂ ਕੀਤਾ, ਬਟ ਜੈਕੋਬੀਅਨ ਦੇ ਵਿੱਚ ਆ ਕੇ ਥੋੜਾ ਮੈਚਿਓਰ ਹੋ ਗਏ, ਇਹਨਾਂ ਨੇ ਡਾਰਕਰ ਸਾਈਡ ਦੇਖਣੀ ਸ਼ੁਰੂ ਕਰ ਦਿੱਤੀ ਹਿਊਮਨ ਨੇਚਰ ਦੀ। ਡਾਰਕਰ ਸਾਈਡ ਮੀਨਸ ਜਿਹੜੀ ਸਾਈਡ, ਜਿੱਦਾਂ ਤੁਸੀਂ ਕਹਿ ਦੋ ਵੀ ਰਿਵੈਂਜ ਵਾਲੀ ਸਾਈਡ, ਠੀਕ ਹੈ, ਥੋੜੀ ਡਾਰਕ ਸਾਈਡ ਹਿਊਮਨ ਨੇਚਰ ਦੀ ਦੇਖਣੀ ਸ਼ੁਰੂ ਕਰ ਦਿੱਤੀ। ਦੈਟਸ ਵਾਈ ਇਸੇ ਏਜ ਦੇ ਵਿੱਚ ਇੱਕ ਸਭ ਤੋਂ ਜ਼ਿਆਦਾ ਫੇਮਸ ਜਿਹੜਾ ਹੈ ਜੋਨਰੇ ਟਾਈਪ ਆਫ ਟ੍ਰੈਜੇਡੀ ਆਈ। ਇਹ ਪੁਆਇੰਟ ਤੁਸੀਂ ਨੋਟ ਕਰ ਲਿਆ, ਜਿਹਨੂੰ ਆਪਾਂ ਬੋਲ ਦਿੰਦੇ ਆ ਰਿਵੈਂਜ ਟ੍ਰੈਜੇਡੀ। ਠੀਕ ਹੈ, ਇਹ ਲਿਟਰਲੀ ਟਰਮ ਵੀ ਤੁਹਾਨੂੰ ਪੁੱਛੀ ਜਾ ਸਕਦੀ, ਤੁਹਾਡੇ ਸਿਲੇਬਸ ਦੇ ਵਿੱਚ ਹੈ ਟਰਮਸ, ਉਹਦੇ ਵਿੱਚੋਂ ਇੱਕ ਟਰਮ ਹੈ ਰਿਵੈਂਜ ਟ੍ਰੈਜੇਡੀ। ਰਿਵੈਂਜ ਟ੍ਰੈਜੇਡੀ ਕੀ ਹੁੰਦੀ ਆ? ਹਾਲੇ ਤੱਕ ਤੁਸੀਂ ਕੀ ਦੇਖਿਆ? ਟ੍ਰੈਜੇਡੀ ਪੜ੍ਹੀਆਂ ਨਾ, ਮੈਂ ਤੁਹਾਨੂੰ ਦੱਸਿਆ ਕਿ ਹੋਕਮ ਲਿਖੀ ਸੀ। ਹੋਕਮ ਮੀਨਸ ਹੈਮਲੇਟ, ਓਥੈਲੋ, ਕਿੰਗ ਲੀਅਰ, ਮੈਕਬੈਥ, ਇਸ ਤਰ੍ਹਾਂ ਦੀਆਂ ਟ੍ਰੈਜੇਡੀਜ਼ ਵਿਲੀਅਮ ਸ਼ੇਕਸਪੀਅਰ ਨੇ, ਕ੍ਰਿਸਟੋਫਰ ਮਾਰਲੋ ਦੀ ਡਾਕਟਰ ਫਾਸਟਸ ਹੋ ਗਈ, ਹੋਰ ਵੀ ਜਿਓ ਆਫ ਮਾਲਟਾ। ਹਾਲੇ ਤੱਕ ਇਹਨਾਂ ਨੇ ਰਿਵੈਂਜ ਨਹੀਂ ਲਿਆ, ਉਹਨਾਂ ਦੀ ਡੈਥ ਦਿਖਾਈ ਗਈ ਹੈ, ਜੋ ਮੇਨ ਹੀਰੋ ਉਹਦੀ ਡੈਥ ਹੋ ਜਾਂਦੀ ਹੈ ਲਾਸਟ ਦੇ ਵਿੱਚ। ਬਟ ਜੈਕੋਬੀਅਨ ਏਜ ਦੀਆਂ ਰਾਈਟਿੰਗਸ ਦੇ ਵਿੱਚ ਤੁਸੀਂ ਦੇਖੋਗੇ ਕਿ ਹੀਰੋ ਆ ਜਿਹੜਾ ਉਹ ਰਿਵੈਂਜਰ ਹੋਏਗਾ, ਉਹ ਰਿਵੈਂਜ ਸੀਕ ਕਰਦਾ ਕਰਦਾ ਬਹੁਤ ਹੀ ਜ਼ਿਆਦਾ ਬਰੂਟਲ ਹੋ ਜਾਏਗਾ। ਮਤਲਬ ਉਹਨੂੰ ਇਹ ਵੀ ਨਹੀਂ ਪਤਾ ਹੋਏਗਾ ਕਿ ਮੈਂ ਰਿਵੈਂਜ ਕਿਸ ਹੱਦ ਤੱਕ ਲੈਣਾ, ਤਾਂ ਉਹਨੂੰ ਆਪਾਂ ਰਿਵੈਂਜ ਟ੍ਰੈਜੇਡੀ ਬੋਲਦੇ ਹਾਂ। ਠੀਕ ਹੈ, ਇਸ ਦੇ ਵਿੱਚ ਤੁਹਾਨੂੰ ਖੂਨ ਖਰਾਬਾ, ਬਲੱਡ ਸ਼ੈਡ, ਇਹ ਸਾਰੀਆਂ ਚੀਜ਼ਾਂ, ਧੋਖਾਧੜੀ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਟ੍ਰੈਜੇਡੀ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਤਾਂ ਇਹ ਕੀ ਦਿਖਾਉਂਦੀ ਹੈ? ਡਾਰਕਰ ਸਾਈਡ ਆਫ ਹਿਊਮਨ ਨੇਚਰ। ਹੁਣ ਲਿਟਰੇਚਰ ਦੇ ਵਿੱਚ ਡਾਰਕ ਸਾਈਡ ਕਿੱਦਾਂ ਆ ਗਈ? ਕਿਉਂਕਿ ਇਸ ਟਾਈਮ ਤੇ ਆ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ। ਠੀਕ ਹੈ, ਦੈਟਸ ਵਾਈ ਇਹਦਾ ਸਿੱਧਾ ਇੰਪੈਕਟ ਲਿਟਰੇਚਰ ਦੇ ਉੱਤੇ ਪੈਂਦਾ ਹੈ। ਜੋ ਆਪਾਂ ਦੇਖਦੇ ਹਾਂ, ਜੋ ਆਪਾਂ ਸੁਣਦੇ ਹਾਂ, ਉਹੀ ਆਪਾਂ ਇਨਕਲਕੇਟ ਕਰਦੇ ਹਾਂ, ਰਾਈਟ। ਓਕੇ, ਤਾਂ ਲਿਟਰੇਚਰ ਕਿਸ ਤਰ੍ਹਾਂ ਦਾ ਲਿਖਿਆ ਜਾਣ ਲੱਗਿਆ? ਪਲੀਜ਼ ਪੁਆਇੰਟ ਟੂ ਬੀ ਨੋਟਡ ਹੇਅਰ। ਪੈਸਿਮਿਜ਼ਮ, ਉਧਰ ਕੀ ਸੀ, ਲੋਕ ਬੜੇ ਓਪਟਿਮਿਜ਼ਮ ਹੋ ਕੇ, ਓਪਟਿਮਿਸਟ ਹੋ ਕੇ ਚੱਲ ਰਹੇ ਸੀ, ਸਭ ਕੁਝ ਪੋਜ਼ਿਟਿਵ, ਸਭ ਕੁਝ ਬ੍ਰਾਈਟ ਹੈ।
ਬਟ ਨੋ, ਇੱਥੇ ਉਹਨਾਂ ਨੇ ਪੈਸਿਮਿਜ਼ਮ, ਡਾਰਕ ਸਾਈਡ, ਅਲੱਗ ਸਾਈਡ, ਨੈਗੇਟਿਵ ਸਾਈਡ ਦੇਖਣੀ ਵੀ ਸ਼ੁਰੂ ਕਰ ਦਿੱਤੀ। ਬੜੇ ਪਰੇਸ਼ਾਨ ਸੀ ਕਿਉਂਕਿ ਕੌਨਫਲਿਕਟ ਇੰਨਾ ਚੱਲ ਰਿਹਾ ਸੀ ਧਰਮ ਨੂੰ ਲੈ ਕੇ, ਹੈ ਨਾ। ਜਦੋਂ ਥੋੜਾ ਬਹੁਤਾ ਕਲੇਸ਼ ਹੋ ਜਾਂਦਾ ਹੈ ਤਾਂ ਉਹਦੇ ਨਾਲ ਤਾਂ ਪੈਸਿਮਿਜ਼ਮ ਆਉਂਦਾ ਹੀ ਹੈ ਨਾ, ਉਹੀ ਚੀਜ਼ ਹੈ। ਕਰਪਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ, ਕਰਪਸ਼ਨ, ਠੀਕ ਹੈ। ਹੁਣ ਇੱਕ ਰਾਜਾ, ਉਹਨੇ 2 ਦੇਸ਼ ਦੇਖਣੇ, ਕਰਪਸ਼ਨ ਹੋਏਗੀ ਹੀ। ਆ ਸਾਰੀਆਂ ਚੀਜ਼ਾਂ ਜਿਹੜੀਆਂ ਥੀਮਸ ਨੇ ਨਾ, ਇਹ ਸਾਰੇ ਉੱਥੇ ਸਰਵਾਈਵਿੰਗ ਸੀ, ਉੱਥੇ ਹੋ ਰਹੇ ਸੀ। ਡੈਟਸ ਵਾਈ ਇਹ ਤੁਹਾਨੂੰ ਵਰਕਸ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ ਇਹ ਸਾਰੇ ਥੀਮਸ, ਠੀਕ ਹੈ। ਸਾਈਕੋਲੋਜੀਕਲ ਕੌਨਫਲਿਕਟ ਬਹੁਤ ਜ਼ਿਆਦਾ ਆ ਗਿਆ ਸੀ ਕਿ ਮੈਂ ਇਹ ਕਰਾਂ ਜਾਂ ਮੈਂ ਉਹ ਕਰਾਂ, ਠੀਕ ਹੈ। ਟੂ ਬੀ ਔਰ ਨੋਟ ਟੂ ਬੀ ਵਾਲਾ ਕੌਨਫਲਿਕਟ, ਕਿ ਡਿਲੇਮਾ ਆਫ ਮਾਈਂਡ, ਸਮਝ ਨਹੀਂ ਆਉਂਦਾ, ਦੁਵਿਧਾ, ਇਹ ਸਾਰੀਆਂ ਚੀਜ਼ਾਂ। ਡਾਰਕ ਟ੍ਰੈਜੇਡੀਜ਼, ਡਾਰਕ ਟ੍ਰੈਜੇਡੀ ਇੱਕ ਟ੍ਰੈਜੇਡੀ ਦਾ ਅੰਤ ਹੁੰਦਾ, ਜਿਵੇਂ ਸ਼ੇਕਸਪੀਅਰ ਦੀਆਂ ਟ੍ਰੈਜੇਡੀਜ਼ ਆ, ਉਹਨਾਂ ਦਾ ਹੀਰੋ ਲਾਸਟ ਦੇ ਵਿੱਚ ਉਹਦਾ ਟ੍ਰੈਜਿਕ ਫਾਲ ਹੁੰਦਾ ਜਸਟ ਬਿਕਾਜ਼ ਆਫ ਹਿਜ਼ ਔਰ ਹਰ ਹਿਮਾਰਸ਼ੀਆ। ਹਮਾਰਸ਼ੀਆ ਹੁੰਦਾ ਉਹਦਾ ਇੱਕ ਫਲੋ, ਉਹਦੀ ਇੱਕ ਗਲਤੀ। ਬਟ ਡਾਰਕ ਟ੍ਰੈਜੇਡੀਜ਼ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਟੈਰਰ ਫੀਲ ਹੋਏਗਾ, ਤੁਹਾਨੂੰ ਲੱਗੇਗਾ ਕਿ ਹਾਂ ਇੱਦਾਂ ਨਹੀਂ ਹੋਣਾ ਚਾਹੀਦਾ ਸੀ, ਮੀਨਸ ਡਰ ਪੈਦਾ ਹੁੰਦਾ ਹੈ ਇਹਨਾਂ ਟ੍ਰੈਜੇਡੀਜ਼ ਨੂੰ ਦੇਖ ਕੇ। ਰਿਵੈਂਜਰ ਨੂੰ ਪਤਾ ਹੀ ਨਹੀਂ ਹੋਏਗਾ ਕਿ ਮੈਂ ਕਿਸ ਹੱਦ ਤੱਕ ਆਪਣਾ ਬਦਲਾ ਲੈਣਾ। ਓਕੇ, ਰਾਈਟਰਸ ਕਿਹੜੇ ਕਿਹੜੇ ਨੇ? ਵਿਲੀਅਮ, ਇਦਾਂ ਨਹੀਂ ਹੈ ਵਿਲੀਅਮ ਸ਼ੇਕਸਪੀਅਰ ਨੇ ਇਕੱਲਾ ਕੁਈਨ ਐਲਿਜ਼ਾਬੈਥ ਦੇ ਟਾਈਮ ਤੇ ਲਿਖਿਆ। ਕੁਈਨ ਐਲਿਜ਼ਾਬੈਥ ਦੀ ਤਾਂ ਡੈਥ ਹੋਈ ਹੈ, ਵਿਲੀਅਮ ਸ਼ੇਕਸਪੀਅਰ ਦਾ ਹਜੇ ਰਾਈਟਿੰਗ ਕਰੀਅਰ ਚੱਲ ਰਿਹਾ ਹੈ। ਇਹਨਾਂ ਨੇ ਇਸ ਟਾਈਮ ਤੇ ਵੀ ਕੁਝ ਵਰਕਸ ਲਿਖੇ। ਲਾਸਟ ਵਰਕਸ ਜਿਹੜੇ ਆ ਉਹ ਇਸ ਟਾਈਮ ਤੇ ਲਿਖੇ ਗਏ, ਜਿੱਦਾਂ ਓਥੈਲੋ ਹੋ ਗਿਆ, ਤੇ ਇੱਕ ਹਾਂ ਓਥੈਲੋ ਵੀ ਇਹਨਾਂ ਨੇ ਇਸੇ 1604 ਦੇ ਕਰੀਬ ਹੀ ਲਿਖਿਆ। ਬੈਨ ਜੌਨਸਨ, ਬੈਨ ਜੌਨਸਨ ਬਹੁਤ ਇੰਪੋਰਟੈਂਟ ਰਾਈਟਰ ਆ, ਠੀਕ ਹੈ। ਹੀ ਰੋਟ ਕਾਮੇਡੀਜ਼, ਇਹਨਾਂ ਦੀ ਜ਼ਿਆਦਾਤਰ ਕਾਮੇਡੀਜ਼ ਫੇਮਸ ਆ। ਇਹਨਾਂ ਨੇ ਇੱਕ ਟ੍ਰੈਜੇਡੀ ਵੀ ਲਿਖੀ ਹੈ, ਬਟ ਤੁਸੀਂ ਯਾਦ ਰੱਖਣਾ ਹੀ ਇਜ਼ ਨੋਨ ਫॉर ਹਿਸ ਕਾਮੇਡੀਜ਼। ਜੌਨ ਵੈਬਸਟਰ, ਵੈਰੀ 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 ਇੰਪੋਰਟੈਂਟ ਜੈਕੋਬੀਅਨ ਰਾਈਟਰ, ਠੀਕ ਹੈ। ਜੈਕੋਬੀਅਨ ਰਾਈਟਰ ਇਹਨਾਂ ਨੂੰ ਮੰਨਿਆ ਜਾਂਦਾ ਹੈ, ਤੇ ਇਹਨਾਂ ਦਾ ਵਰਕ ਜਿਹੜਾ ਹੈ ਉਹ ਕਿਹੜਾ ਹੈ? ਰਿਵੈਂਜ ਟ੍ਰੈਜੇਡੀ ਜੋਨਰੇ ਦੇ ਲਈ ਜੌਨ ਵੈਬਸਟਰ ਨੂੰ ਮੰਨਿਆ ਜਾਂਦਾ। ਜੇ ਤੁਹਾਨੂੰ ਕੋਈ ਪੁੱਛ ਲਵੇ ਵੀ ਵਿਚ ਇਜ਼ ਫੇਮਸ ਰਿਵੈਂਜ ਟ੍ਰੈਜੇਡੀ ਰਾਈਟਰ, ਤਾਂ ਵਿਲੀਅਮ ਸ਼ੇਕਸਪੀਅਰ ਨਾਲ ਲਗਾ ਕੇ ਆ ਜਿਓ। ਕੌਣ ਹੈ? ਜੌਨ ਵੈਬਸਟਰ। ਇਹਨਾਂ ਨੇ ਸ਼ੁਰੂਆਤ ਕੀਤੀ ਸੀ, ਠੀਕ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿਟ, ਇੱਕ ਆਪਣੇ ਥੋਮਸ ਕਿਡ, ਦ ਸਪੈਨਿਸ਼ ਟ੍ਰੈਜੇਡੀ ਬਾਏ ਥੋਮਸ ਕਿਡ, ਇਹ ਵੀ ਰਿਵੈਂਜ ਟ੍ਰੈਜੇਡੀ ਆ। ਹੁਣ ਸਮਝ ਆ ਗਈ ਨਾ ਰਿਵੈਂਜ ਟ੍ਰੈਜੇਡੀ ਕੀ ਹੁੰਦੀ ਆ? ਟ੍ਰੈਜੇਡੀ ਐਂਡ ਰਿਵੈਂਜ ਟ੍ਰੈਜੇਡੀ ਦੇ ਵਿੱਚ ਫਰਕ ਆ। ਓਕੇ, ਤੇ ਜੌਨ ਵੈਬਸਟਰ ਦੀ ਵੀ ਰਿਵੈਂਜ ਟ੍ਰੈਜੇਡੀਜ਼ ਆ, ਤੁਸੀਂ ਪੜ੍ਹ ਸਕਦੇ ਹੋ। ਡਚਸ ਆਫ ਮਾਲਫਾਈ, ਵੈਰੀ ਇੰਪੋਰਟੈਂਟ, ਡਚਸ ਆਫ ਮਾਲਫਾਈ। ਐਂਡ ਵਨ ਮੋਰ ਇਜ਼, ਇੱਕ ਹੋਰ ਹੈ ਇਹਨਾਂ ਦੀ ਟ੍ਰੈਜੇਡੀ, ਉਹ ਮੇਰੇ ਦਿਮਾਗ 'ਚ ਨਹੀਂ, ਦ ਵਾਈਟ ਡੈਵਲ, ਠੀਕ ਹੈ। ਜੌਨ ਵੈਬਸਟਰ ਦੀ ਇਹ ਦੋਨੋਂ ਟ੍ਰੈਜੇਡੀਜ਼ ਬਹੁਤ ਇੰਪੋਰਟੈਂਟ ਹੈ। ਅੱਛਾ, ਜੇ ਆਪਾਂ ਪ੍ਰੋਜ਼ ਦੀ ਗੱਲ ਕਰੀਏ ਤਾਂ ਫਰਾਂਸਿਸ ਬੇਕਨ ਇਸ ਟਾਈਮ ਤੇ ਆਏ ਸੀ, ਉਹਨਾਂ ਨੇ ਵੀ ਬਹੁਤ ਜ਼ਿਆਦਾ ਡੈਪਥ ਦੇ ਵਿੱਚ ਲਿਖੇ ਪ੍ਰੋਜ਼, ਜਿੱਦਾਂ ਆਫ ਸਟੱਡੀਜ਼ ਹੋ ਗਿਆ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸਮ ਬੁੱਕਸ ਆਰ ਗੁੱਡ ਟੂ ਰੀਡ, ਸਮ ਟੂ ਚੂ, ਹੈ ਨਾ, ਉਹ ਵਾਲੀ ਕੋਟੇਸ਼ਨ। ਤੇ ਹੋਰ ਵੀ ਇਹਨਾਂ ਦੇ ਬਹੁਤ ਸਾਰੇ ਵਰਕਸ, ਬਹੁਤ ਸਾਰੇ ਪ੍ਰੋਜ਼, ਬਹੁਤ ਸੋਹਣੇ ਸੋਹਣੇ ਇਹਨਾਂ ਨੇ ਲਿਖੇ ਹੋਏ ਆ, ਤੁਸੀਂ ਪੜ੍ਹ ਸਕਦੇ ਹੋ। ਯੈਸ, ਮੈਟਾਫਿਜ਼ਿਕਲ ਪੋਇਟਰੀ ਇੱਕ ਨਵੀਂ ਜਿਹੜੀ ਹੈ ਪੋਇਟਰੀ ਟਾਈਪ ਇਸ ਟਾਈਮ ਤੇ ਸ਼ੁਰੂ ਹੋਈ ਸੀ। ਮੈਟਾਫਿਜ਼ਿਕਲ, ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ, ਮੈਟਾਫਿਜ਼ਿਕਲ ਰਾਈਟਰਸ, ਮੈਟਾਫਿਜ਼ਿਕਲ ਪੋਇਟ ਉਹ ਹੁੰਦੇ ਨੇ ਜੋ ਬਿਯੋਂਡ ਹੋ ਕੇ ਲਿਖਦੇ ਨੇ, ਮਤਲਬ ਸਾਡੀ ਨੋਰਮਲ ਲੋਕਾਂ ਦੀ ਉਹ ਸਮਝ 'ਚ ਨਹੀਂ ਆ ਸਕਦਾ ਵੀ ਇੱਦਾਂ ਕਿਵੇਂ ਹੋ ਸਕਦਾ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਪੈਰਾਡੋਕਸਿਕਲ ਐਲੀਮੈਂਟ ਯੂਜ਼ ਕਰਦੇ ਸੀ, ਪੈਰਾਡੋਕਸ ਯੂਜ਼ ਕਰਦੇ ਸੀ, ਕੰਸੀਟ, ਕੰਸੀਟ ਮੈਂ ਤੁਹਾਨੂੰ ਕੱਲ ਦੱਸਿਆ ਸੀ, ਦੋ ਅਨਲਾਈਕ ਚੀਜ਼ਾਂ ਨੂੰ ਕੰਪੇਅਰ ਕਰਨਾ, ਜਿਨ੍ਹਾਂ ਦਾ ਬਿਲਕੁਲ ਵੀ ਮੈਚ ਨਹੀਂ ਹੁੰਦਾ, ਉਹਨਾਂ ਦੋ ਚੀਜ਼ਾਂ ਨੂੰ ਕੰਪੈਰੀਜ਼ਨ ਕਰਨਾ, ਤਾਂ ਉਹ ਜੌਨ ਡਨ ਕਰਦੇ ਸੀ, ਠੀਕ ਹੈ। ਜੌਨ ਡਨ ਦੇ ਜਿਹੜੀਆਂ ਪੋਇਮਸ ਨੇ ਉਹ ਵੀ ਬਹੁਤ ਜ਼ਿਆਦਾ ਮਸ਼ਹੂਰ ਨੇ, ਜਿੱਦਾਂ ਤੁਸੀਂ ਪੜ੍ਹੀ ਹੋਏਗੀ ਦ ਫਲੀ, ਠੀਕ ਹੈ। ਇਹ ਵਾਲੀ ਪੋਇਮ ਬਹੁਤ ਫੇਮਸ ਪੋਇਮ ਆ ਇਹਨਾਂ ਦੀ, ਤੇ ਗੁੱਡ ਮੋਰੋ ਹੋ ਗਈ। ਤਾਂ ਇਸ ਤਰ੍ਹਾਂ ਇਸ ਟਾਈਮ ਤੇ ਕਾਫੀ ਸਾਰੇ ਵਰਕਸ ਜਿਹੜੇ ਆ ਉਹ ਲਿਖੇ ਗਏ। ਆਈ ਹੋਪ ਤੁਹਾਨੂੰ ਜੈਕੋਬੀਅਨ ਏਜ ਜਿਹੜੀ ਆ ਉਹ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਓਕੇ, ਸੋ ਨੈਕਸਟ ਜਿਹੜਾ ਹੈ ਆਪਣੇ ਕੋਲ, ਇਸ ਤੋਂ ਬਾਅਦ ਆਪਣੀ ਏਜ ਹੈ, ਆਪਾਂ ਇਹ ਪੜ੍ਹ ਲਿਆ, ਹਾਂਜੀ ਹਾਂਜੀ ਸਮਝ ਆ ਗਿਆ ਨਾ ਜੈਕੋਬੀਅਨ ਏਜ। ਉਹ ਹਾਂ, ਇਸ ਤੋਂ ਬਾਅਦ ਜਿਹੜਾ ਹੈ ਕੈਰੋਲਿਨ ਏਜ ਆਏਗੀ। ਦੇਖੋ ਜੀ, ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਜੇਮਸ ਵਨ ਸੀ ਨਾ, ਹੁਣ ਉਹ ਉਸ ਇਨਸਾਨ ਨੂੰ ਐਵੇਂ ਲੱਗ ਰਿਹਾ ਕਿ ਆਈ ਹੈਵ ਡਿਵਾਈਨ ਰਾਈਟ। ਤਾਂ ਜੇਮਸ ਵਨ ਜਿਹੜਾ ਰਾਜਾ ਸੀ ਉਹ ਐਕਸਟਰਾ ਵੈਜੈਂਟ ਸੀ,
ਠੀਕ ਹੈ। ਐਕਸਟਰਾਵੈਜੈਂਟ ਮੀਨਸ ਉਹਨੂੰ ਇਹੀ ਲੱਗਦਾ ਸੀ ਕਿ ਮੇਰੇ ਕੋਲ ਜੋ ਹੈ ਉਹ ਮੇਰੇ ਕੋਲ ਇੱਕ ਡਿਵਾਈਨ ਰਾਈਟ ਆ ਕਿੰਗਸ਼ਿਪ ਦਾ, ਆਈ ਕੈਨ ਡੂ ਐਨੀਥਿੰਗ ਵਾਟ ਆਈ ਵਾਂਟ ਟੂ ਡੂ। ਤਾਂ ਇਹ ਬਹੁਤ ਖਰਚੀਲਾ ਸੀ। ਬਾਰ-ਬਾਰ ਹੁਣ ਦੇਖੋ, ਇੱਕ ਰਾਜੇ ਦੇ ਕੋਲ ਪੈਸਾ ਕਿੱਥੋਂ ਆਉਂਦਾ, ਰਿਵੈਨਿਊ ਕਿੱਥੋਂ ਜਨਰੇਟ ਹੁੰਦਾ, ਪ੍ਰਜਾ ਤੋਂ, ਟੈਕਸ ਤੋਂ, ਪਾਰਲੀਮੈਂਟ ਤੋਂ। ਠੀਕ ਹੈ, ਤਾਂ ਪਾਰਲੀਮੈਂਟ ਦਾ ਬਹੁਤ ਵੱਡਾ ਹੱਕ ਆ। ਅੱਗੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਪਾਰਲੀਮੈਂਟ ਦਾ ਕੀ ਰੋਲ ਆ। ਪਾਰਲੀਮੈਂਟ ਤੋਂ ਬਾਰ-ਬਾਰ ਪੈਸੇ ਲੈ ਲੈਂਦਾ ਸੀ ਇਹ, ਤੇ ਫਿਰ ਮਤਲਬ ਖਰਚਾ ਕਰਦਾ ਸੀ। ਇਹਨੂੰ ਨਾ ਪੀਜੈਂਟਰੀ ਦਾ ਬੜਾ ਸ਼ੌਂਕ ਸੀ, ਸ਼ੋਅ ਆਫ ਦਾ, ਫੈਂਸੀ ਡਰੈਸਿਸ ਦਾ। ਫਿਰ ਇਹ ਇਦਾਂ ਦੇ ਕੰਮ ਕਰਦਾ ਹੁੰਦਾ ਸੀ। ਇਹਦਾ ਬੇਟਾ ਹੋਇਆ ਚਾਰਲਸ 1, ਜੇਮਸ 1 ਦੇ। ਫਿਰ ਉਹਦੇ ਬਰਥਡੇ ਤੇ ਇਹਨੇ ਬਹੁਤ ਹੀ ਵੱਡਾ ਜਿਹੜਾ ਹੈ ਤੁਸੀਂ ਬੋਲ ਸਕਦੇ ਹੋ ਫੰਕਸ਼ਨ ਰੱਖਿਆ ਸੀ, ਜਿਸ ਦੇ ਵਿੱਚ ਇਸਨੇ ਬਹੁਤ ਜ਼ਿਆਦਾ ਖਰਚਾ ਕੀਤਾ ਸੀ। ਆਫਟਰ ਹਿਸ ਡੈਥ ਹੂ ਬਿਕੇਮ ਦ ਕਿੰਗ। ਕੌਣ ਕਿੰਗ ਬਣੇਗਾ ਡੈਥ ਤੋਂ ਬਾਅਦ? ਬੇਟਾ ਹੈ ਨਾ, ਜੇਮਸ 1 ਦੇ ਬੇਟੇ ਦਾ ਨਾਮ ਹੈ ਚਾਰਲਸ 1। ਚਾਰਲਸ 1 is name of, एक ही हो जाता, चार्ल्स 1 is name of his son, हाँ जी चार्ल्स 1। ਹੁਣ ਇਹ ਵੀ ਇਹ ਆਪਣੇ ਮਤਲਬ ਫਾਦਰ ਤੋਂ ਵੀ ਇੰਟਰਸਟਿੰਗ ਮੈਨ ਹੈ ਚਾਰਲਸ 1। ਹੀ ਆਲਸੋ ਬਿਲੀਵ ਇਨ ਡਿਵਾਈਨ ਰਾਈਟ ਆਫ ਕਿੰਗਸ਼ਿਪ, ਤੇ ਉਸਦੇ ਪਿੱਛੇ ਇਸਨੂੰ ਵਿਚਾਰੇ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਆ। ਬਟ ਉਸਦੇ ਕਰਕੇ ਜਿਹੜਾ ਹੈ ਹੀ ਬਿਕੇਮ ਵੈਰੀ ਫੇਮਸ। ਕੁਝ ਇਸ ਤਰ੍ਹਾਂ ਦਾ ਹੁੰਦਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ, ਹੀ ਇਜ਼ ਦਾ ਓਨਲੀ ਕਿੰਗ ਜਿਸ ਦੇ ਨਾਲ ਅੱਜ ਤੱਕ ਇਹ ਹੋਇਆ ਇੰਗਲਿਸ਼ ਹਿਸਟਰੀ ਦੇ ਵਿੱਚ, ਉਹ ਤੁਸੀਂ ਹੁਣ ਜਾਣੋਗੇ। ਸਭ ਤੋਂ ਪਹਿਲਾਂ ਦੇਖੋ, ਇਸ ਏਜ ਦਾ ਨੇਮ ਹੈ ਕੈਰੋਲਿਨ ਏਜ। ਠੀਕ ਹੈ, ਕਈ ਬੁੱਕਸ ਦੇ ਵਿੱਚ ਤੁਹਾਨੂੰ ਜਿਹੜੀਆਂ ਏਜ ਇਸ ਤਰ੍ਹਾਂ ਡਿਵਾਈਡ ਕਰਕੇ ਨਹੀਂ ਦੱਸੀਆਂ ਜਾਂਦੀਆਂ। ਮੇਰਾ ਸਿਰਫ ਮੋਟਿਵ ਇਹ ਆ ਕਿ ਤੁਹਾਨੂੰ ਹਰ ਇੱਕ ਏਜ ਚੰਗੀ ਤਰ੍ਹਾਂ ਸਮਝ ਆਵੇ, ਤਾਂ ਕਿ ਤੁਸੀਂ ਆਪਣਾ ਇੰਟੈਲੈਕਟ ਲਗਾ ਕੇ, ਆਪਣੀ ਕ੍ਰਿਟੀਕਲ ਥਿੰਕਿੰਗ ਲਗਾ ਕੇ ਕਿਸੇ ਵੀ ਕੁਐਸਚਨ ਦਾ ਆਨਸਰ ਕਰ ਸਕਦੇ ਹੋ। ਐਟਲੀਸਟ ਕੋਈ ਇੱਕ ਕੁਐਸਚਨ ਤਾਂ ਆਏਗਾ ਹੀ ਜਿਸ ਨੂੰ ਤੁਸੀਂ ਆਨਸਰ ਕਰ ਸਕਦੇ ਹੋ, ਜੇ ਵੱਧ ਨਹੀਂ ਆਏ, ਹੈ ਨਾ। ਉਹੀ ਹੈ ਕੈਰੋਲਿਨ ਏਜ ਜਿਹੜੀ ਹੈ, ਇਟ ਇਜ਼ ਨੇਮਡ ਆਫਟਰ ਕਿੰਗ ਚਾਰਲਸ 1, ਜੋ ਕਿ ਕੈਰੋਲਸ ਲੈਟਿਨ ਨੇਮ ਹੈ। ट्रांसिशन बिटवीन जैकोबियन एंड कॉमनवेल्थ पीरियड, हाले तुसी कॉमनवेल्थ बारे नहीं सोचना। इट इज एज ऑफ पॉलिटिकल एंड रिलीजियस कॉन्फ्लिक्ट। इस एज दे विच तुसी पॉलिटिकल ते रिलीजियस दोनों कॉन्फ्लिक्ट देखोगे ते की होएगा। हाले तक तुसी की देखिया है कि क्रिश्चियन प्रोटेस्टेंट दे उत्ते चर्च शक कर रहे हैं, कैथोलिक ते एक प्योरिटन जिहड़ा है वो एरा लोग उत्थे रह रहे ने, बट बहुत ही घट ने वो मिनोरिटी दे विच। ते हुण तुसी देखोगे हर चीज़ दा बहुत ही ज़्यादा एक्सपेंशन होएगा। ठीक है, चार्ल्स 1 ओके। सब तो पहला तुसी देखो कि 3 ग्रुप बने हुए ने, एंग्लिकन्स, प्योरिटन्स, कैथोलिक्स। एंग्लिकन्स बच्चे वही है इंग्लिश स्पीकिंग, सॉरी इंग्लिश वाले ਜਿਹੜੇ ਇੰਗਲਿਸ਼ ਚਰਚ ਨੂੰ ਮੰਨਦੇ ਆ। ਪ੍ਰੋਟੈਸਟੈਂਟ ਨੂੰ ਆਪਾਂ ਜਿਊਜ਼ ਵੀ ਬੋਲ ਦਿੰਦੇ ਆ, ਪ੍ਰੋਟੈਸਟੈਂਟ ਨੂੰ ਆਪਾਂ ਐਂਗਲੀਕਨ ਵੀ ਬੋਲ ਦਿੰਦੇ ਆ, ਤੇ ਇਹਨਾਂ ਨੂੰ ਆਪਾਂ ਜਿਹੜਾ ਹੈ ਜਿਊਜ਼ ਵੀ ਬੋਲ ਦਿੰਦੇ। 3 ਨਾਮ ਨੇ, ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ, ਉਹੀ ਆ ਇਹ ਪ੍ਰੋਟੈਸਟੈਂਟ, ਐਂਗਲੀਕਨਸ ਤੇ ਜਿਊਜ਼। ਦੂਸਰੇ ਹੈਗੇ ਪਿਓਰਿਟਨਸ। ਪਿਓਰਿਟਨਸ ਅਸੀਂ ਪਿਓਰ ਤੋਂ ਯਾਦ ਰੱਖਿਓ, ਪਿਓਰ ਮਤਲਬ ਇਹ ਬਹੁਤ ਹੀ ਜ਼ਿਆਦਾ ਪਿਓਰਿਟੀ ਦੇ ਵਿੱਚ ਬਿਲੀਵ ਕਰਦੇ ਆ। ਕੈਥੋਲਿਕ ਯੂ ਨੋ, ਓਕੇ। ਤਾਂ 3 ਗਰੁੱਪਸ ਨੇ, ਬਹੁਤ ਇੰਪੋਰਟੈਂਟ ਆ। ਇੰਪੋਰਟੈਂਟ ਇਵੈਂਟਸ ਜਿਹੜੇ ਤੁਸੀਂ ਯਾਦ ਰੱਖਣੇ ਨੇ, ਕਿੰਗ ਚਾਰਲਸ 1 ਬਿਕੇਮ ਕਿੰਗ ਇਨ 1625 ਆਫਟਰ ਹਿਸ ਫਾਦਰਸ ਡੈਥ। ਓਕੇ, ਕਨਫਲਿਕਟ ਵਿਦ ਪਾਰਲੀਮੈਂਟ। ਹੁਣ ਇਸ ਬੰਦੇ ਨੇ ਕੀ ਕੀਤਾ, ਬਹੁਤ ਸਾਰੀਆਂ ਲੜਾਈਆਂ ਲੜੀਆਂ ਕਿਹਦੇ ਨਾਲ, ਪਾਰਲੀਮੈਂਟ ਦੇ ਨਾਲ। ਮੈਂ ਤੁਹਾਨੂੰ ਕੀ ਦੱਸਿਆ ਕਿ ਪਾਰਲੀਮੈਂਟ ਦਾ ਜਿਹੜਾ ਹੈ ਉਹ ਪੈਸੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਕਿਸੇ ਵੀ ਰਾਜਾ ਨੂੰ ਜਦੋਂ ਪੈਸੇ ਦੀ ਲੋੜ ਹੁੰਦੀ ਆ ਤਾਂ ਉਹ ਪਾਰਲੀਮੈਂਟ ਤੋਂ ਪਰਮਿਸ਼ਨ ਲੈਂਦਾ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਆ, ਤਾਂ ਪਾਰਲੀਮੈਂਟ ਉਹਦੇ ਲਈ ਉਹ ਪੈਸਾ ਇਕੱਠਾ ਕਰਕੇ ਉਹਨੂੰ ਦਿੰਦਾ ਹੈ। ਠੀਕ ਹੈ, ਗ੍ਰਾਂਟ ਦੇ। ਬਟ ਇਸ ਬੰਦੇ ਨੇ ਕਿਹਾ ਕਿ ਮੇਰੇ ਕੋਲ ਡਿਵਾਈਨ ਰਾਈਟ ਆ ਕਿੰਗਸ਼ਿਪ ਦਾ, ਜਿਸ ਤਰ੍ਹਾਂ ਮੇਰੇ ਫਾਦਰ ਕੋਲ ਸੀ, ਤਾਂ ਜੋ ਮੈਂ ਕਹੂੰਗਾ ਉਹੀ ਹੋਏਗਾ। ਫਿਰ ਇਸਨੇ ਇੱਕ ਕੰਮ ਕੀਤਾ, ਇਸਨੇ ਕੀ ਕੀਤਾ ਕਿ ਕੌਨਫਲਿਕਟ ਕਰਨਾ ਸ਼ੁਰੂ ਕਰ ਦਿੱਤਾ ਪਾਰਲੀਮੈਂਟ ਦੇ ਨਾਲ। ਇਹ ਪਾਰਲੀਮੈਂਟ ਦੇ ਨਾਲ ਮਤਲਬ ਕਦੋਂ ਤਾਂ ਉਹਨਾਂ ਨੂੰ ਬੁਲਾ ਲੈਣਾ, ਕਦੇ ਉਹਨਾਂ ਨੂੰ ਜਿਹੜਾ ਹੈ ਉਹ ਖਾਰਿਜ ਕਰ ਦੇਣਾ ਪਾਰਲੀਮੈਂਟ ਨੂੰ। ਇਹਨੇ 3-4 ਵਾਰ ਇੱਦਾਂ ਹੀ ਕੀਤਾ। ਪਾਰਲੀਮੈਂਟ ਪਹਿਲਾਂ ਬਿਠਾ ਲਿਆ, ਫਿਰ ਪਾਰਲੀਮੈਂਟ ਕਹਿ ਦਿੱਤਾ ਵੀ ਕੋਈ ਪਾਰਲੀਮੈਂਟ ਨਹੀਂ ਹੈਗਾ, ਕਿੰਗ ਹੀ ਜਿਹੜਾ ਹੈ ਉਹ ਇੱਥੇ ਦਾ ਐਬਸੋਲਿਊਟ ਮੋਨਾਰਕ ਆ, ਮੇਰੇ ਤੋਂ ਬਿਨਾਂ ਇੱਥੇ ਕੋਈ ਵੀ ਕਿਸੇ ਵੀ ਕੰਮ ਦੇ ਲਈ ਕਿਸੇ ਕੋਲ ਨਹੀਂ ਜਾਏਗਾ, ਮੈਂ ਹੀ ਆ ਸਾਰੀ ਚੀਜ਼ਾਂ ਨੂੰ ਦੇਖਣ ਵਾਲਾ।
ਓਕੇ। ਤੇ ਪਾਰਲੀਮੈਂਟ ਕਈ ਵਾਰ ਇਹ ਭੰਗ ਕਰ ਦਿੰਦਾ ਸੀ, ਕਈ ਵਾਰ ਇਹ ਬੁਲਾ ਲੈਂਦਾ ਸੀ, ਐਦਾਂ ਕਰਦਾ। ਜਦੋਂ ਇਹਨੂੰ ਲੋੜ ਹੁੰਦੀ ਸੀ ਪੈਸੇ ਦੀ, ਉਦੋਂ ਇਹਨੂੰ ਲੱਗਦਾ ਸੀ ਵੀ ਪਾਰਲੀਮੈਂਟ ਦੀ ਲੋੜ ਆ, ਫਿਰ ਥੋੜੇ ਦਿਨਾਂ ਬਾਅਦ ਇਹ ਪਾਰਲੀਮੈਂਟ ਨੂੰ ਖਾਰਜ ਕਰਦਾ ਕਿ ਪਾਰਲੀਮੈਂਟ ਹੈ ਹੀ ਨਹੀਂ। ਸਮਝ ਗਏ ਨਾ ਹੁਣ? ਇਸ ਤਰ੍ਹਾਂ ਦਾ ਕੌਨਫਲਿਕਟ ਸੀ ਇਹਦਾ ਪਾਰਲੀਮੈਂਟ ਦੇ ਨਾਲ। ਰਿਲੀਜੀਅਸ ਬੜੀਆਂ ਕੰਟਰੋਵਰਸੀਜ਼ ਹੋਈਆਂ ਇਸ ਟਾਈਮ ਤੇ। ਰਾਈਜ਼ ਆਫ ਪਿਓਰਿਟਨਿਜ਼ਮ, ਹੁਣ ਪਿਓਰਿਟਨਸ ਦਾ ਹੋਰ ਜ਼ਿਆਦਾ ਜਿਹੜਾ ਹੈ ਮਨ ਕਰਨ ਲੱਗ ਗਿਆ ਕਿ ਹਾਂ ਹੋਰ ਜ਼ਿਆਦਾ ਪਿਓਰਿਟਨਸ ਇੱਥੇ ਆਏ, ਮਤਲਬ ਲੋਕ ਜਿਹੜੇ ਕਨਵਰਟ ਹੋਣਾ ਸ਼ੁਰੂ ਹੋ ਗਏ। ਉਹਨਾਂ ਨੂੰ ਲੱਗੇ ਕਿ ਹਾਂ ਵੀ ਇਹ ਚੀਜ਼ ਹੋਣੀ ਚਾਹੀਦੀ ਹੈ, ਜਿੱਦਾਂ ਪਿਓਰਿਟਨਸ ਕਹਿ ਰਹੇ ਨੇ ਉਸ ਤਰ੍ਹਾਂ ਹੀ ਹੋਣਾ ਚਾਹੀਦਾ। ਤਾਂ ਪਿਓਰਿਟਨਿਜ਼ਮ ਇੱਥੇ ਆਉਣਾ ਸ਼ੁਰੂ ਹੋ ਗਿਆ, ਥੋੜਾ ਰਾਈਜ਼ ਹੋਣਾ ਸ਼ੁਰੂ ਹੋ ਗਿਆ। ਤੇ ਇੰਗਲਿਸ਼ ਸਿਵਲ ਵਾਰ, ਵੈਰੀ 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 ਇੰਪੋਰਟੈਂਟ ਇਵੈਂਟ। ਇੰਗਲੈਂਡ ਦੇ ਵਿੱਚ ਤਾਂ ਲੜਾਈਆਂ ਹੁੰਦੀਆਂ ਹੀ ਰਹੀਆਂ, ਕਦੇ 100 ਈਅਰ ਵਾਰ, ਕਦੇ ਕੋਈ ਵਾਰ, ਹੁਣ ਸਿਵਲ ਵਾਰ। ਸਿਵਲ ਵਾਰ ਕੀ ਹੁੰਦੀ ਆ? ਸਿਵਲ ਵਾਰ ਹੁੰਦੀ ਆ ਜਦੋਂ ਇੱਕ ਹੀ ਦੇਸ਼ ਦੇ ਲੋਕ ਆਪਸ ਦੇ ਵਿੱਚ ਲੜਨ, ਤਾਂ ਉਹਨੂੰ ਆਪਾਂ ਸਿਵਲ ਵਾਰ ਬੋਲਦੇ ਆ। ਇਹ ਵੀ ਇੰਗਲੈਂਡ ਦੇ ਵਿੱਚ ਹੋਈ 1642 ਦੇ ਵਿੱਚ। ਇਹਦੇ ਕਰਕੇ ਕੀ ਹੋਇਆ, ਜਦੋਂ ਇਹਨੇ ਪਾਰਲੀਮੈਂਟ ਖਾਰਿਜ ਕੀਤਾ ਕਿ ਕੋਈ ਪਾਰਲੀਮੈਂਟ ਹੈ ਨਹੀਂ, ਇਹੀ ਕੰਮ ਉਸਨੇ 3-4 ਵਾਰ ਕੀਤਾ, ਠੀਕ ਹੈ। ਤਾਂ ਪਾਰਲੀਮੈਂਟ ਵਾਲੇ ਲੋਕਾਂ ਨੇ ਉਹਦੇ ਖਿਲਾਫ ਵਿਦਰੋਹ ਕੀਤਾ ਤੇ ਜਨਤਾ ਦੋ ਪਾਰਟੀਜ਼ ਦੇ ਵਿੱਚ ਵੰਡ ਗਈ। ਜਨਤਾ ਦੋ ਪਾਰਟੀਜ਼ ਦੇ ਵਿੱਚ ਵੰਡ ਗਈ, ਠੀਕ ਹੈ। ਇੱਕ ਹੋ ਗਏ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਆ ਕੈਵੇਲੀਅਰਸ, ਤੇ ਦੂਸਰੇ ਪਾਰਲੀਮੈਂਟ ਦੀ ਤਰਫ ਰਾਉਂਡ ਹੈਡ ਬੋਲ ਦਿੰਦੇ ਆਪਾਂ ਉਹਨਾਂ ਨੂੰ, ਠੀਕ ਹੈ। ਤੇ ਕੈਵੇਲੀਅਰ ਜਿਹੜੇ ਚਾਰਲਸ ਵਨ ਦੇ ਨਾਲ ਸੀ, ਰਾਉਂਡ ਹੈਡ ਜਿਹੜੇ ਪਾਰਲੀਮੈਂਟ ਦੇ ਵੱਲ ਸੀ। ਸਮਝ ਗਏ? ਤਾਂ ਇਹਨਾਂ ਦੋਨਾਂ ਗਰੁੱਪਸ ਦੇ ਵਿਚਕਾਰ ਲੜਾਈ ਹੋਈ ਜਿਹੜੀ ਬਹੁਤ ਨੁਕਸਾਨਦਾਇਕ ਸੀ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਤੇ ਸਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ ਕੈਵੇਲੀਅਰ ਪੋਇਟਰੀ ਦੇ ਵਿੱਚ। ਇੱਕ ਤੁਹਾਨੂੰ ਟਰਮ ਆ ਜਾਏਗੀ, ਇਹ ਵੀ ਟਰਮ ਨੋਟ ਕਰ ਲਿਓ, ਕੈਵੇਲੀਅਰਸ। ਕੈਵੇਲੀਅਰ ਕੌਣ ਨੇ? ਕੈਵੇਲੀਅਰ ਪੋਇਟ ਕਿਹੜੀ ਹੁੰਦੀ ਹੈ? ਪੋਇਟਰੀ ਕਿਹੜੀ ਹੁੰਦੀ ਆ? Cavalier poet is written by Cavalier poet. Cavaliers were supporter of King Charles I during Civil War. ਸਮਝ ਗਏ ਨਾ? ਤਾਂ ਇਹ ਚੀਜ਼ ਯਾਦ ਰੱਖਣੀ, ਕੈਵੇਲੀਅਰ ਉਹਨਾਂ ਨੂੰ ਟਰਮ ਦਿੱਤੀ ਗਈ ਆ, ਉਹਨਾਂ ਨੂੰ ਨਾਮ ਦਿੱਤਾ ਗਿਆ ਗਰੁੱਪ ਨੂੰ ਜੋ ਚਾਰਲਸ I ਦੇ ਸਪੋਰਟਰ ਸੀ, ਠੀਕ ਹੈ। ਹੁਣ ਦੇਖੋ ਆ ਕੋਟਲੀ ਸੇਮ ਉਹੀ ਕੈਵੇਲੀਅਰ ਪੋਇਟਰੀ ਹੈ। ਇਹਦੇ ਵਿੱਚ ਕੀ ਆ ਕਿ ਕੋਰਟਲੀ ਪੋਇਟਰੀ ਲਿਖਣੀ ਸ਼ੁਰੂ ਹੋ ਗਈ। ਕੋਰਟਲੀ ਮਤਲਬ ਕੋਰਟ ਦੇ ਅਫੇਅਰਸ ਬਾਰੇ, ਹੈ ਨਾ, ਜੋ ਜੋ ਉੱਥੇ ਹੋ ਰਿਹਾ ਸੀ। ਦੇਖੋ ਮੈਂ ਤੁਹਾਨੂੰ ਫੇਰ ਇਹੀ ਗੱਲ ਦੁਹਰਾ ਰਹੀ ਹਾਂ ਕਿ ਜੋ ਚੀਜ਼ਾਂ ਉੱਥੇ ਹੈਪਨ ਹੋਈਆਂ ਉਹੀ ਚੀਜ਼ਾਂ ਕੈਰੈਕਟਰਿਸਟਿਕ ਬਣ ਜਾਂਦੀਆਂ ਲਿਟਰੇਚਰ ਦੀਆਂ, ਠੀਕ ਹੈ। ਲਿਰਿਕ ਪੋਇਟਰੀ ਲਿਖੀ ਜਾਣ ਲੱਗੀ, ਰਿਲੀਜੀਅਸ ਪੋਇਟਰੀ ਲਿਖੀ ਜਾਣ ਲੱਗੀ, ਮੈਟਾਫਿਜ਼ੀਕਲ ਪੋਇਟਰੀ ਆਲਰੇਡੀ ਲਿਖੀ ਜਾਂਦੀ ਹੈ, ਕੈਵੇਲੀਅਰ ਪੋਇਟਰੀ ਇੱਕ ਨਵੀਂ ਆ ਗਈ। ਇਹ ਸਾਰੀਆਂ ਟਰਮਸ ਆ। ਲਿਰਿਕ ਕੀ ਹੁੰਦਾ ਹੈ, ਰਿਲੀਜੀਅਸ ਕੀ ਹੁੰਦਾ, ਰਿਲੀਜੀਅਸ ਜਿਹਦੇ ਵਿੱਚ ਰਿਲੀਜਨ ਬਾਰੇ ਪਿਓਰਿਟਨਸ ਲਿਖਦੇ ਸੀ। ਮੈਟਾਫਿਜ਼ੀਕਲ ਤੁਹਾਨੂੰ ਦੱਸ ਹੀ ਦਿੱਤਾ। ਕੈਵੇਲੀਅਰ ਵੀ ਇੱਕ ਬਹੁਤ ਇੰਪੋਰਟੈਂਟ ਟਰਮ ਆ, ਤਾਂ ਯਾਦ ਰੱਖਣਾ ਕੈਵੇਲੀਅਰ ਕੌਣ ਸੀ? ਸਪੋਰਟਰ ਆਫ ਕਿੰਗ ਚਾਰਲਸ I। ਤਾਂ ਕੈਵੇਲੀਅਰ ਪੋਇਟਸ ਦੀ ਕੈਰੈਕਟਰਿਸਟਿਕਸ ਕੀ ਆ? ਦੇ ਵਰ ਵੈਰੀ ਲੋਇਲ ਟੂ ਕਿੰਗ ਚਾਰਲਸ I, ਦੇ ਸੈਲੀਬ੍ਰੇਟ ਲਾਈਫ। ਹੁਣ ਇਹਦਾ ਇੱਕ ਥੀਮ ਸੀ ਇਸ ਬੰਦੇ ਦਾ, ਕਾਰਪੇਡੀਅਮ। ਕਾਰਪੇਡੀਅਮ, ਖਾਓ ਪੀਓ ਐਸ਼ ਕਰੋ, ਇਹਨੂੰ ਕੋਈ ਫਰਕ ਨਹੀਂ ਪੈਂਦਾ ਸੀ। ਇਹ ਬਹੁਤ ਹੀ ਜ਼ਿਆਦਾ ਐਸ਼ ਪ੍ਰਸਤ ਜਿਹੜਾ ਕਿੰਗ ਸੀ, ਓਕੇ। ਲਵ ਐਂਡ ਪਲੈਜ਼ਰ, ਉਹੀ ਮੈਂ ਤੁਹਾਨੂੰ ਦੱਸਿਆ, ਖਾਓ ਪੀਓ ਐਸ਼ ਕਰੋ, ਕਾਰਪੇਡਾਈਮ ਫਿਲੋਸਫੀ, ਠੀਕ ਹੈ। ਹੁਣ ਜਿਹੜੀ ਸੁਸਾਇਟੀ ਹੈ ਉਹ ਪੋਲੀਟੀਕਲੀ ਵੀ ਡਿਵਾਈਡ ਹੋ ਗਈ, ਰਿਲੀਜੀਅਸਲੀ ਤਾਂ ਡਿਵਾਈਡ ਹੈ ਹੀ, ਪੋਲੀਟੀਕਲੀ ਦੋ ਪਾਰਟੀਜ਼ ਬਣ ਗਈਆਂ, ਕੈਵੇਲੀਅਰ ਐਂਡ ਪਾਰਲੀਮੈਂਟ, ਕਿੰਗ ਐਂਡ ਪਾਰਲੀਮੈਂਟ। ਕਨਫਲਿਕਟ ਹੋਰ ਜ਼ਿਆਦਾ ਵੱਧਦਾ ਰਿਹਾ, ਜਿਹਦੇ ਕਰਕੇ ਵੋਰ ਹੋਈ। ਵੋਰ ਦੇ ਕਰਕੇ ਜਿਹੜੀਆਂ ਫਾਈਨੈਂਸ਼ੀਅਲ ਡਿਫਿਕਲਟੀਜ਼ ਆਈਆਂ ਐਂਡ ਰਾਈਜ਼ ਆਫ ਪਿਓਰਿਟਨ ਵੈਲਿਊਜ਼। ਹੁਣ ਇਹ ਤਾਂ ਲੜ ਰਹੇ ਨੇ ਆਪਸ ਦੇ ਵਿੱਚ, ਇੱਧਰ ਪਿਓਰਿਟਨਸ ਆਪਣਾ ਹੱਕ ਜਮਾ ਰਹੇ ਨੇ ਇੱਥੇ ਆ ਕੇ, ਠੀਕ ਹੈ। ਪਿਓਰਿਟਨਸ ਦੇ ਅਕੋਰਡਿੰਗ ਜੋ ਵੀ ਹੋ ਰਿਹਾ ਉਹ ਠੀਕ ਨਹੀਂ ਹੋ ਰਿਹਾ, ਚਰਚ ਦੇ ਵਿੱਚ ਸੁਧਾਰ ਕਰੋ, ਰਿਲੀਜੀਅਸ ਬਣੋ, ਠੀਕ ਹੈ। ਇਹ ਸਾਰੀਆਂ ਚੀਜ਼ਾਂ। ਹੁਣ ਕੀ ਹੋਏਗਾ ਜਦੋਂ ਕਿੰਗ ਚਾਰਲਸ I ਆਪਣੀ ਹਰਕਤਾਂ ਤੋਂ ਮਤਲਬ ਟਲਿਆ ਹੀ ਨਹੀਂ, ਫਿਰ ਕੀ ਹੋਇਆ? ਪਾਰਲੀਮੈਂਟ ਨੇ ਵਿਦਰੋਹ ਕਰ ਦਿੱਤਾ। ਜਿੰਨੇ ਵੀ ਆਮ ਲੋਕ ਸੀ ਪਾਰਲੀਮੈਂਟ ਵੱਲ, ਉਹਨਾਂ ਨੇ ਕਿੰਗ ਦੇ ਉੱਤੇ ਟਰਾਇਲ ਚਲਾਇਆ, ਮੁਕੱਦਮਾ ਚਲਾਇਆ। ਪਹਿਲਾਂ ਤਾਂ ਇਹਨੇ ਮਨਾ ਕਰਤਾ ਕਿ ਕਿੰਗ ਦੇ ਉੱਤੇ ਤਾਂ ਮੁਕੱਦਮਾ ਚੱਲ ਹੀ ਨਹੀਂ ਸਕਦਾ, ਬਿਕਾਜ਼ ਆਈ ਹੈਵ ਡਿਵਾਈਨ ਰਾਈਟ। ਬਟ ਫਿਰ ਕੀ ਕੀਤਾ? ਇਹਨੂੰ ਬੁਲਾਇਆ ਗਿਆ, ਫਿਰ ਇਹਨੂੰ ਗਿਲਟੀ ਕਰਾਰ ਕੀਤਾ ਗਿਆ ਕਿ ਇਹ ਜਿਹੜਾ ਹੈ ਇਹਨੇ ਦੇਸ਼ ਦੇ ਨਾਲ ਗੱਦਾਰੀ ਕੀਤੀ ਹੈ, ਇਸ ਨੂੰ ਗੱਦਾਰ ਕਰਾਰ ਕੀਤਾ ਗਿਆ। ਐਂਡ ਆਫਟਰ ਡੈਟ ਇਹਨਾਂ ਨੂੰ ਜਿਹੜਾ ਹੈ ਇਹਦਾ ਸਿਰ ਕਲਮ ਕਰਕੇ ਦਿੱਤਾ ਗਿਆ, ਇਹਨਾਂ ਨੂੰ ਐਗਜ਼ੀਕਿਊਟ ਕਰ ਦਿੱਤਾ ਗਿਆ, ਰਾਈਟ। ਆਗੇ ਸਮਝ? ਹੀ ਇਜ਼ ਦਾ ਓਨਲੀ ਕਿੰਗ ਇਨ ਇੰਗਲਿਸ਼ ਹਿਸਟਰੀ ਜਿਸ ਨੂੰ ਪਬਲਿਕਲੀ ਐਗਜ਼ੀਕਿਊਟ ਕੀਤਾ ਗਿਆ ਸਭ ਦੇ ਸਾਹਮਣੇ। ਹੁਣ ਸਭ ਦੇ ਸਾਹਮਣੇ ਐਗਜ਼ੀਕਿਊਟ ਕਿਉਂ ਕੀਤਾ ਗਿਆ? ਕਿਉਂਕਿ ਉਸ ਟਾਈਮ ਤੇ ਜਿਹੜਾ ਹੋਰ ਰਾਜਾ ਬਣੇ
ਲੋਕਾਂ ਦਾ ਇਹ ਸੀ ਕਿ ਜੇ ਕੋਈ ਹੋਰ ਰਾਜਾ ਆਏ ਨਾ ਅੱਗੇ ਤਾਂ ਉਹ ਇਸ ਤਰ੍ਹਾਂ ਦੀ ਹਰਕਤਾਂ ਨਾ ਕਰੇ ਜਿਵੇਂ ਇਸਨੇ ਆਪਣੀ ਐਸ਼ ਦੇ ਲਈ ਦੁਨੀਆ ਨੂੰ ਬਰਬਾਦ ਕਰਿਆ, ਅੱਗੇ ਨੂੰ ਕੋਈ ਐਵੇਂ ਦਾ ਕੰਮ ਨਾ ਕਰੇ। ਠੀਕ ਹੈ, ਤੇ ਡੈਟਸ ਵਾਈ ਇਹਨਾਂ ਨੂੰ ਮਾਰ ਦਿੱਤਾ ਗਿਆ। ਸਿਰਫ ਇਹੀ ਰਾਜਾ ਹੈ ਚਾਰਲਸ ਵਨ ਜਿਹੜਾ ਕਿ ਪੂਰੀ ਇੰਗਲਿਸ਼ ਹਿਸਟਰੀ ਦੇ ਵਿੱਚ ਜਿਹਨੂੰ ਪਬਲਿਕ ਐਗਜ਼ੀਕਿਊਸ਼ਨ ਮਿਲੀ ਆ। ਤੁਸੀਂ ਇਸ ਚੀਜ਼ ਨੂੰ ਯਾਦ ਰੱਖਣਾ ਹੈ। ਹੁਣ ਇਹ ਐਗਜ਼ੀਕਿਊਸ਼ਨ, ਇਹ ਸਾਰੀਆਂ ਚੀਜ਼ਾਂ, ਇਹ ਵੋਰ, ਇਹ ਸਾਰਾ ਟਰੋਮਾ ਤੁਹਾਨੂੰ ਲਿਟਰੇਚਰ ਦੇ ਵਿੱਚ ਪੜ੍ਹਨੇ ਨੂੰ ਮਿਲ ਜਾਏਗਾ, ਜਿੱਥੋਂ ਤੁਹਾਨੂੰ ਪਤਾ ਲੱਗੇਗਾ ਕਿ ਕੈਰੋਲਿਨੇਜ਼ ਦੇ ਵਿੱਚ ਕੀ ਕੁਝ ਚੱਲਿਆ ਸੀ। ਠੀਕ ਹੈ, ਰਾਈਟ। ਹੁਣ ਦੇਖੋ ਜੀ, ਇੱਕ ਇਹਦਾ ਬੇਟਾ ਸੀ ਚਾਰਲਸ ਟੂ, ਚਾਰਲਸ ਵਨ ਤੋਂ ਬਾਅਦ ਚਾਰਲਸ ਟੂ ਆਏਗਾ। ਉਹ ਵੀ ਉਨ ਲੋਕਾਂ ਨੇ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ ਕਿ ਅਸੀਂ ਇਹ ਡਾਇਨੈਸਟੀ ਚਾਹੁੰਦੇ ਹੀ ਨਹੀਂ, ਇਹ ਵੰਸ਼ ਦਾ ਕੋਈ ਵੀ ਬੰਦਾ ਰਾਜਾ ਨਹੀਂ ਬਣ ਸਕਦਾ। ਠੀਕ ਹੈ, ਡਨ। ਹੁਣ ਕੀ ਹੋਇਆ, 1649 ਦੇ ਵਿੱਚ ਇਹਨਾਂ ਨੂੰ ਐਗਜ਼ੀਕਿਊਟ ਕੀਤਾ ਗਿਆ, ਚਾਰਲਸ ਵਨ ਨੂੰ 1649 ਦੇ ਵਿੱਚ। ਠੀਕ ਹੈ, ਆਫਟਰ ਹਿਜ਼ ਐਗਜ਼ੀਕਿਊਸ਼ਨ ਹੁਣ ਕਿਹੜਾ ਪੀਰੀਅਡ ਆਏਗਾ, ਕੈਰੋਲਿਨ ਸਮਝ ਆ ਗਿਆ ਚਾਰਲਸ ਵਨ ਦੇ ਉੱਤੇ। ਹੁਣ ਪੀਰੀਅਡ ਆਏਗਾ ਕਾਮਨਵੈਲਥ ਏਜ। ਕਾਮਨਵੈਲਥ ਏਜ ਕਿਹੜੀ ਏਜ ਆ, ਕਾਮਨਵੈਲਥ ਏਜ 1649 ਤੋਂ 1660, ਕਿੰਨੇ ਸਾਲ ਹੋ ਗਏ, 11। ਡਾਇਰੈਕਟ ਕੁਐਸਚਨ ਬਣ ਜਾਂਦਾ ਹੁੰਦਾ ਹੈ, JKPSC ਦੇ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਪੁੱਛਿਆ ਗਿਆ ਸੀ ਕਿ ਕਾਮਨਵੈਲਥ ਏਜ ਦਾ ਟਾਈਮ ਪੀਰੀਅਡ ਕੀ ਆ। ਠੀਕ ਹੈ, ਜਾਂ ਫਿਰ ਚਾਰਲਸ ਵਨ ਦੀ ਡੈਥ ਕਦੋਂ ਹੋਈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਇੱਥੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਰਾਈਟਰ ਨੇ ਜੇ ਆ ਲਿਖਿਆ ਤਾਂ ਕਿਉਂ ਲਿਖਿਆ, ਕੀ ਕਾਰਨ ਆ ਇਹਦੇ ਪਿੱਛੇ। ਓਕੇ, ਹਾਂਜੀ। ਦੇਖੋ ਤਾਂ ਹੁਣ ਕੀ ਆ, ਕਾਮਨਵੈਲਥ ਪੀਰੀਅਡ ਦੇ ਵਿੱਚ ਜਿਹੜੀ ਕੈਰੈਕਟਰਿਸਟਿਕ ਪੜੋ ਪਹਿਲਾਂ, ਸਟ੍ਰਿਕਟ ਮੋਰਲ ਕੋਡ, ਸਿੰਪਲਿਸਿਟੀ ਇਨ ਲਾਈਫ, ਪਿਓਰਿਟਨ ਵੈਲਿਊ, ਓਪੋਜੀਸ਼ਨ ਟੂ ਲਗਜ਼ਰੀ। ਹੁਣ ਦੇਖੋ, ਪ੍ਰੋਟੈਸਟੈਂਟ ਰਾਜਾ ਮਾਰ ਦਿੱਤਾ, ਐਗਜ਼ੀਕਿਊਟ ਕਰ ਦਿੱਤਾ, ਕੈਥੋਲਿਕ ਮਾਈਨੋਰਿਟੀ ਦੇ ਵਿੱਚ ਆ। ਹੁਣ ਕੌਣ ਆਏਗਾ ਸੱਤਾ ਦੇ ਵਿੱਚ, ਓਬਵੀਅਸਲੀ ਰਾਈਜ਼ ਆਫ ਪਿਓਰਿਟਨਿਜ਼ਮ ਹੋਏਗਾ, ਤਾਂ ਪਿਓਰਿਟਨਸ ਜਿਹੜੇ ਨੇ ਉਹ ਰਾਜ ਦੇ ਵਿੱਚ ਆਣਗੇ। ਤਾਂ ਓਲੀਵਰ ਕ੍ਰੋਮਵੈਲ ਜਿਹੜਾ ਹੈ ਉਹ ਰਾਜਾ ਨਹੀਂ ਬਣੇਗਾ, ਉਹ ਬਿਨਾਂ ਰਾਜਾ ਬਣੇ ਹੀ ਰਾਜਾ ਦਾ ਸਾਰਾ ਜਿਹੜਾ ਪ੍ਰਿਵਿਲੇजेस ਲਏਗਾ। ਇਹ ਮਿਲਟਰੀ ਆਫੀਸਰ ਹੈ ਜਿਨੇ ਚਾਰਲਸ ਵਨ ਦੀ ਐਗਜ਼ੀਕਿਊਸ਼ਨ ਦੇ ਵਿੱਚ ਬਹੁਤ ਵੱਡਾ ਹੱਥ ਸੀ, ਓਲੀਵਰ ਕ੍ਰੋਮਵੈਲ ਦਾ। ਪਿਓਰਿਟਨ, ਸਟ੍ਰਿਕਟ, ਪਿਓਰਿਟਨਸ ਕੀ ਹੁੰਦੇ ਨੇ, ਬਹੁਤ ਹੀ ਸਟ੍ਰਿਕਟ ਵੈਲਿਊਜ਼ ਦੇ ਨਾਲ, ਉਹ ਬਹੁਤ ਸਟ੍ਰਿਕਟ ਮੋਰਲ ਕੋਡ ਫੋਲੋ ਕਰਦੇ ਆ। ਸਿੰਪਲਸਿਟੀ ਇਨ ਲਾਈਫ, ਪਿਓਰਿਟਨ ਵੈਲਿਊਜ਼, ਓਪੋਜੀਸ਼ਨ ਟੂ ਲਗਜ਼ਰੀ, ਉਹਨਾਂ ਨੂੰ ਲਗਜ਼ੂਰੀਅਸ ਲਾਈਫ ਨਹੀਂ ਚਾਹੀਦੀ। ਪੀਰੀਅਡ ਆਫਟਰ ਦ ਐਗਜ਼ੀਕਿਊਸ਼ਨ ਆਫ ਚਾਰਲਸ ਵਨ, ਇਹ ਜਿਹੜਾ ਪੀਰੀਅਡ ਹੈ ਕਿਹਦਾ ਰੂਲ ਹੈ, ਓਲੀਵਰ ਕ੍ਰੋਮਵੈਲ ਦਾ। ਇੰਗਲੈਂਡ ਬਿਕੇਮ ਅ ਰਿਪਬਲਿਕ, ਇਹ 11 ਸਾਲ ਇਦਾਂ ਦੇ ਨੇ ਜਦੋਂ ਕੋਈ ਵੀ ਮੋਨਾਰਕ ਰਾਜਗੱਦੀ ਤੇ ਨਹੀਂ ਬੈਠਾ। ਦੇयर ਵਾਸ नो ਮੋਨਾਰਕੀ ਇਨ ਇੰਗਲੈਂਡ, ਕੋਈ ਸਰਕਾਰ ਨਹੀਂ ਸੀ 11 ਸਾਲ। ਆਲਸੋ ਕੋਲਡ ਦ ਪਿਓਰਿਟਨ ਏਜ, ਇਸ ਏਜ ਨੂੰ ਪਿਓਰਿਟਨ ਏਜ ਬੋਲਿਆ ਜਾਂਦਾ ਹੈ। ਤੇ ਇਸ ਏਜ ਦੇ ਵਿੱਚ ਕੀ ਹੋਇਆ, ਇਸ ਏਜ ਦੇ ਵਿੱਚ ਪਿਓਰਿਟਨਸ ਦਾ ਕਬਜ਼ਾ ਹੋ ਗਿਆ। ਉਹਨਾਂ ਨੇ ਕੀ ਕੀਤਾ, ਥੀਏਟਰ ਬੰਦ ਕਰ ਦਿੱਤੇ। ਮੈਂ ਤੁਹਾਨੂੰ ਦੱਸਿਆ ਸੀ ਨਾ, ਇਹਨਾਂ ਦੇ ਅਕੋਰਡਿੰਗ ਥੀਏਟਰ ਇਜ਼ ਇਮੋਰਲ ਪ੍ਰੈਕਟਿਸ। ਡਾਂਸਿੰਗ ਬੰਦ ਕਰ ਦਿੱਤੀ, ਗੈਂਬਲਿੰਗ ਬੰਦ ਕਰ ਦਿੱਤੀ, ਪਬਲਿਕ ਐਂਟਰੀਜ਼, ਜਿੱਦਾਂ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਹਰ ਚੀਜ਼ ਤੇ ਰੋਕ ਠੋਕ ਲਗਾ ਦਿੱਤੀ। ਸਪਾਈਸੀ ਫੂਡ ਨਹੀਂ ਖਾਣਾ, ਠੀਕ ਹੈ, ਤੁਸੀਂ ਕਦੇ ਵੀ ਕੋਈ ਵੀ ਰਿਲੀਜਨ ਤੋਂ ਬਿਨਾਂ, ਰਿਲੀਜੀਅਸ ਚੀਜ਼ਾਂ ਤੋਂ ਬਿਨਾਂ ਕੁਝ ਨਹੀਂ ਪੜ੍ਹਨਾ। ਜੇ ਲਿਖਣਾ ਵੀ ਚਾਹੁੰਦੇ ਹੋ ਤਾਂ ਰਿਲੀਜਨ ਬਾਰੇ ਹੀ ਲਿਖੋ, ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਰਿਲੀਜਨ ਬਾਰੇ ਪੜ੍ਹੋ। ਐਦਾਂ ਮਤਲਬ ਬਹੁਤ ਸਟ੍ਰਿਕਟ ਰੂਲਸ। ਹੇਅਰ ਸਟਾਈਲ ਐਦਾਂ ਦਾ ਹੋਣਾ ਚਾਹੀਦਾ ਹੈ, ਹਰ ਰੋਜ਼ ਚਰਚ ਜਾਣਾ, ਮਤਲਬ ਬਹੁਤ ਜ਼ਿਆਦਾ ਸਟ੍ਰਿਕਟ ਕੋਡ ਇਹਨਾਂ ਨੇ ਲਗਾ ਦਿੱਤਾ ਸੀ। ਜਿਹੜਾ ਕੋਈ ਇਹਨਾਂ ਦੇ ਰੂਲਸ ਨੂੰ ਫੋਲੋ ਨਹੀਂ ਕਰਦਾ ਸੀ ਉਹਨੂੰ ਪਨਿਸ਼ਮੈਂਟ ਮਿਲਦੀ ਸੀ। ਤੇ ਇਸ ਟਾਈਮ ਤੇ ਬਹੁਤ ਹੀ ਇੰਪੋਰਟੈਂਟ ਰਾਈਟਰ ਸਾਡੇ ਕੋਲ ਆ, ਜੌਨ ਮਿਲਟਨ। ਤੁਸੀਂ ਪੜ੍ਹਿਆ ਹੋਏਗਾ, ਉਹਨਾਂ ਦਾ ਵਰਕ ਕਿਹੜਾ ਹੈ, ਪੈਰਾਡਾਈਜ਼ ਲੋਸਟ। ਜੌਨ ਮਿਲਟਨ ਨੂੰ ਵੀ ਪਿਓਰਿਟਨ ਪੋਇਟ ਮੰਨਿਆ ਜਾਂਦਾ ਹੈ। ਠੀਕ ਹੈ, ਇਹਨਾਂ ਨੇ ਵਰਕ ਲਿਖਿਆ ਸੀ ਪੈਰਾਡਾਈਜ਼ ਲੋਸਟ, ਜਿਹੜਾ ਕਿ ਕ੍ਰੀਏਸ਼ਨ ਆਫ ਮੈਨ ਦੇ ਉੱਤੇ ਬਣਿਆ ਹੋਇਆ, ਐਡਮ ਐਂਡ ਈਵ ਦੀ ਕਹਾਣੀ ਆ। ਤਾਂ ਉਹ ਰਿਲੀਜੀਅਸ ਫੈਕਟਰ ਦੇ ਵਿੱਚ ਤੁਸੀਂ ਲਗਾ ਸਕਦੇ ਹੋ। ਆਈ ਹੋਪ ਇਟ ਇਜ਼ ਕਲੀਅਰ ਟੂ ਯੂ, ਸਾਰਾ ਸਮਝ ਆ ਗਿਆ ਨਾ। ਪਿਓਰਿਟਨਸ, ਹੁਣ ਲੋਕਾਂ ਨੇ ਦੇਖੋ ਕਿੰਨਾ ਪਰੇਸ਼ਾਨ ਹੋਣਾ। ਆਪਾਂ ਕਹਿੰਦੇ ਨਾ ਕਿ ਹਿਊਮਨ ਬਿਹੇਵੀਅਰ ਹੀ ਇੱਦਾਂ ਦਾ, ਜੇ ਆਪਾਂ ਨੂੰ ਆਹ ਚੀਜ਼ ਮਿਲ ਜਾਵੇ ਆਪਾਂ ਉਹਦੇ ਵਿੱਚ ਨਹੀਂ ਖੁਸ਼ ਹੁੰਦੇ, ਦੂਸਰੀ ਦੇ ਵਿੱਚ ਵੀ ਆਪਾਂ ਖੁਸ਼ ਨਹੀਂ ਰਹਿੰਦੇ। ਵੀ ਡੂ ਨੋਟ ਫੀਲ ਸੈਟਿਸਫਾਈਡ ਐਨੀਵੇਅਰ, ਕਿਤੇ ਵੀ ਆਪਾਂ ਸੈਟਿਸਫਾਈਡ ਹੋ ਹੀ ਨਹੀਂ ਸਕਦੇ। ਉਹੀ ਚੀਜ਼ ਹੈ। ਹੁਣ ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਮੋਨਾਰਕੀ ਨਹੀਂ ਚਾਹੀਦੀ। ਲੋਕ ਇੰਨੇ ਪਰੇਸ਼ਾਨ ਆ ਗਏ ਤੇ ਮੋਨਾਰਕੀ ਤੋਂ ਕਿ ਲੜਾਈਆਂ ਹੋ ਗਈਆਂ, ਇੰਨਾ ਕੁਛ ਹੋ ਗਿਆ। ਸਾਡੇ ਜਿਹੜੇ ਨਜ਼ਦੀਕ ਵਾਲੇ ਲੋਕ ਸੀ ਜਾਂ ਸਾਡੇ ਦਿਲ ਦੇ ਨੇੜੇ ਜਿੰਨੇ ਵੀ ਲੋਕ ਸੀ, ਕਈ ਲੋਕ ਮਾਰੇ ਗਏ। ਤਾਂ ਲੋਕ ਚਾਹੁੰਦੇ ਸੀ ਵੀ ਸਾਨੂੰ ਕੋਈ ਰਾਜਾ ਨਹੀਂ ਚਾਹੀਦਾ, ਕੋਈ ਰਾਣੀ ਨਹੀਂ ਚਾਹੀਦੀ, ਬਸ ਸਾਨੂੰ ਜਿੱਦਾਂ ਹੈ ਅਸੀਂ ਉੱਦਾਂ ਰਹਿਣ ਦਿਓ। ਤੇ ਬਟ ਪਿਓਰਿਟਨਸ ਨੇ ਆ ਕੇ ਆਪਣਾ ਰੂਲ ਜਿਹੜਾ ਹੈ ਉਹ ਜਮਾ ਦਿੱਤਾ ਹੈ ਨਾ। ਕੋਈ ਸੈਲੀਬ੍ਰੇਸ਼ਨ ਨਹੀਂ ਹੁੰਦੀ ਸੀ ਇਸ ਟਾਈਮ ਤੇ, ਸੋਰੀ। ਹਾਂਜੀ,
11 ਸਾਲ ਬੀਤ ਗਏ, ਓਲੀਵਰ ਕ੍ਰੋਮਵੈਲ ਦੀ ਡੈਥ ਹੋ ਜਾਂਦੀ ਆ। ਆਫਟਰ ਡੈਟ ਫਿਰ ਗੱਦੀ ਖਾਲੀ। ਹੁਣ ਲੋਕ ਇੰਨਾ ਪਰੇਸ਼ਾਨ ਹੋ ਗਏ, ਇੰਨੀ ਡਲ ਲਾਈਫ, ਹੁਣ ਕੀ ਕਰੀਏ? ਨਾ ਤਾਂ ਉਹ ਵਿਚਾਰੇ ਹੱਸ ਸਕਦੇ, ਨਾ ਉਹ ਖੇਡ ਸਕਦੇ, ਨਾ ਉਹ ਨੱਚ ਸਕਦੇ, ਮਤਲਬ ਪਾਰਟੀਜ਼, ਫੇਅਰਵੈਲ ਸਭ ਕੁਝ ਭੁੱਲ ਗਏ। ਤੁਹਾਨੂੰ ਇੱਕ ਇੱਕ ਗੱਲ ਤੁਸੀਂ ਵੀ ਇਸ ਚੀਜ਼ ਨੂੰ ਫੀਲ ਕਰ ਸਕਦੇ ਹੋ, ਇੱਕ ਹਿਊਮਨ ਬਿਹੇਵੀਅਰ ਆ, ਜਦੋਂ ਆਪਾਂ ਨੂੰ ਕਿਸੇ ਚੀਜ਼ ਤੋਂ ਰੋਕਿਆ ਜਾਂਦਾ ਹੈ, ਜਿਵੇਂ ਛੋਟੇ ਬੱਚੇ ਨੂੰ ਆਪਾਂ ਰੋਕਦੇ ਵੀ ਆਹ ਚੀਜ਼ ਨਹੀਂ ਲੈਣੀ, ਉਹ ਉਸ ਚੀਜ਼ ਨੂੰ ਅੱਧ ਵੱਧ ਕੇ ਮੰਗਦਾ, ਮੀਨਸ ਜਿੱਦ ਕਰਕੇ ਉਹ ਚੀਜ਼ ਉਹਨੂੰ ਚਾਹੀਦੀ ਹੀ ਚਾਹੀਦੀ ਆ। ਹਿਊਮਨ ਬਿਹੇਵੀਅਰ ਵੀ ਇੱਦਾਂ ਦਾ। ਹੁਣ ਜਦੋਂ ਥੀਏਟਰ ਬੰਦ ਹੋਏ ਤਾਂ ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ, ਇਹੋ ਜਿਹਾ ਕੀ ਹੋਏਗਾ ਥੀਏਟਰ ਦੇ ਵਿੱਚ, ਰੀਸਟੋਰੇਸ਼ਨ ਕੀ ਆ। ਹੁਣ ਹੁਣ ਕੀ ਹੋਇਆ, 11 ਸਾਲ ਬਾਅਦ ਇੰਗਲੈਂਡ ਦੇ ਲੋਕਾਂ ਨੂੰ ਵੀ ਹਾਏ ਸਾਨੂੰ ਇੰਨਾ ਸਟ੍ਰਿਕਟਨੈਸ ਨਹੀਂ ਚਾਹੀਦੀ, ਵੀ ਵੋਂਟ ਆਰ ਕਿੰਗ ਬੈਕ, ਵੀ ਸਾਨੂੰ ਮੋਨਾਰਕੀ ਦੇ ਦਿਓ, ਅਸੀਂ ਤਾਂ ਰਾਜੇ ਦੇ ਅੰਡਰ ਹੀ ਰਹਿ ਲਾਂਗੇ, ਮਤਲਬ ਇੰਨੀ ਸਟ੍ਰਿਕਟਨੈਸ ਨਹੀਂ ਚਾਹੀਦੀ। ਸੋ ਦੇਰ ਇਜ਼ ਅ ਰੀਸਟੋਰੇਸ਼ਨ ਆਫ ਮੋਨਾਰਕੀ। ਮੋਨਾਰਕੀ ਨੂੰ ਦੁਬਾਰਾ ਰੀਸਟੋਰ ਕੀਤਾ ਜਾਂਦਾ ਹੈ। ਚਾਰਲਸ ਟੂ, ਉਹੀ ਚਾਰਲਸ ਵਨ ਦਾ ਬੇਟਾ ਜੋ ਜਿਸਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਉਹ ਫਰਾਂਸ ਚਲਾ ਗਿਆ ਸੀ, ਉਹ ਫਰਾਂਸ ਤੋਂ ਬੁਲਾਇਆ ਜਾਂਦਾ, ਉਹਨੂੰ ਲੈ ਕੇ ਆਉਂਦੇ, ਉਹ ਆਪਣੇ ਨਾਲ ਫ੍ਰੈਂਚ ਕਲਚਰ ਲੈ ਕੇ ਆਉਂਦਾ, ਫ੍ਰੈਂਚ ਐਕਟਰੈਸਿਸ ਲੈ ਕੇ ਆਉਂਦਾ, ਐਂਡ ਦੇਰ ਵਾਜ਼ ਅ ਐਂਡ ਆਫ ਪਿਓਰਿਟਨ ਲਾਈਫ। ਇੱਥੇ ਹੀ ਪਿਓਰਿਟਨ ਰੂਲ ਦਾ ਐਂਡ ਹੁੰਦਾ ਹੈ ਚਾਰਲਸ ਟੂ ਦੇ ਆਉਣ ਦੇ ਨਾਲ। ਹੁਣ ਫ੍ਰੈਂਚ ਕਲਚਰ ਬੜਾ ਹੀ ਐਡਵਾਂਸ ਆ, ਤੁਸੀਂ ਦੇਖ ਸਕਦੇ ਹੋ, ਠੀਕ ਹੈ। ਇਹੀ ਟਾਈਮ ਪੀਰੀਅਡ ਹੈ ਜਦੋਂ ਫੀਮੇਲ ਐਕਟਰੈਸ ਜਿਹੜੀ ਹੈ ਉਹ ਪਰਫਾਰਮ ਕਰੇਗੀ, ਬਿਕਾਜ਼ ਆਫ ਫ੍ਰੈਂਚ ਕਲਚਰ। ਬੜਾ ਹੀ ਫ੍ਰੈਂਚ ਇਨਫਲੂਐਂਸ ਹੋਏਗਾ, ਬਿਗਨਿੰਗ ਆਫ ਨਿਊ ਕਲਾਸਿਕਲ ਸਪਿਰਿਟ, ਇਹ ਬਾਅਦ ਚ ਕਰਾਂਗੇ। ਹੁਣ ਇਹ ਏਜ ਦੇ ਵਿੱਚ ਰਿਜੈਕਸ਼ਨ ਆਫ ਪਿਓਰਿਟਨ ਸਟ੍ਰਿਕਟਨੈਸ, ਲਵ ਆਫ ਪਲੇਜ਼ਰ, ਇਹ ਵੀ ਸੇਮ ਉਸ ਤਰ੍ਹਾਂ ਦਾ ਹੀ ਬਹੁਤ ਹੀ ਜ਼ਿਆਦਾ ਐਸ਼ਪ੍ਰਸਤ ਰਾਜਾ ਸੀ। fashionable society, urban culture, society became more worldly, more sophisticated, more materialistic। ਇਸਨੇ ਸਭ ਤੋਂ ਪਹਿਲਾਂ ਆ ਕੇ ਕੰਮ ਕੀਤਾ ਕਿ ਥੀਏਟਰ ਖਲਵਾਓ, ਥੀਏਟਰ ਦੁਬਾਰਾ ਲਿਖਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ। ਤੇ ਇੰਨੀ ਚੀਪ ਲਿਖਿਆ ਗਿਆ ਲਿਟਰੇਚਰ ਇਸ ਟਾਈਮ ਤੇ ਕਿ ਜਿਹੜਾ ਵੀ ਉੱਠ ਰਿਹਾ ਉਹਨੂੰ ਲੱਗ ਰਿਹਾ ਸੀ ਕਿ ਮੈਂ ਲਿਖ ਸਕਦਾ। ਹਰ ਬੰਦੇ ਨੇ ਡਰਾਮਾ ਲਿਖਿਆ, ਹਰ ਬੰਦੇ ਨੇ ਕਾਮੇਡੀ, ਇਸ ਟਾਈਮ ਤੇ ਕਾਮੇਡੀ ਜ਼ਿਆਦਾ ਫੇਮਸ ਹੋਈ ਤੇ ਕੋਈ ਵੀ ਕੁਝ ਵੀ ਲਿਖ ਰਿਹਾ ਹੈ, ਠੀਕ ਹੈ। ਹੁਣ ਆਪਾਂ ਲਿਟਰੇਚਰ ਦੇਖਾਂਗੇ, ਜਿਸ ਤਰ੍ਹਾਂ ਦਾ ਰਾਜਾ ਹੋਏਗਾ, ਜਿਸ ਤਰ੍ਹਾਂ ਦੀ ਉੱਥੇ ਟਾਈਮ ਪੀਰੀਅਡ ਹੋਏਗਾ, ਉੱਥੇ ਚੀਜ਼ਾਂ ਚੱਲ ਰਹੀਆਂ, ਉਹੀ ਲਿਟਰੇਚਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ। ਰਿਸਟੋਰੇਸ਼ਨ ਲਿਟਰੇਚਰ ਪੜ੍ਹੋਗੇ ਤਾਂ ਤੁਸੀਂ ਕਹੋਗੇ ਹਾਏ ਅਸੀਂ ਕੀ ਪੜ੍ਹ ਰਹੇ ਹਾਂ, ਠੀਕ ਹੈ। ਐਨੀ ਵਲਗੈਰਿਟੀ, ਉਹ ਰਿਸਟੋਰੇਸ਼ਨ ਲਿਟਰੇਚਰ ਹੈ। ਕਿਉਂ ਹੈ? ਕਿਉਂਕਿ 11 ਸਾਲਾਂ ਬਾਅਦ ਉਹ ਕੈਦ ਤੋਂ ਛੁੱਟੇ ਆ, ਹਰ ਬੰਦਾ ਚੀਪ ਕੁਆਲਿਟੀ ਦਾ ਲਿਟਰੇਚਰ ਪ੍ਰੋਡਿਊਸ ਕਰ ਰਿਹਾ, ਕੁਝ ਵੀ ਲਿਖ ਰਿਹਾ ਹੈ, ਠੀਕ ਹੈ। ਤੇ ਕਿੱਦਾਂ ਦਾ ਲਿਟਰੇਚਰ ਸੀ? ਡੋਮੀਨੈਂਟ ਜੋਨਰਸ ਦੇਖ ਲਓ, ਡਰਾਮਾ, ਸਟਾਇਰ, ਪ੍ਰੋਜ਼ ਐਂਡ ਕ੍ਰਿਟਿਸਿਜ਼ਮ, ਡਿਕਲਾਈਨ ਆਫ ਰਿਲੀਜੀਅਸ ਲਿਟਰੇਚਰ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਆਹੀ ਕਰਨਾ ਸੀ ਨਾ, ਰਿਲੀਜੀਅਸ ਲਿਟਰੇਚਰ ਨੂੰ ਖਤਮ ਕਰ ਦਿੱਤਾ। ਰੀਸਟੋਰੇਸ਼ਨ ਡਰਾਮਾ ਮੋਸਟ ਇੰਪੋਰਟੈਂਟ ਲਿਟਰੇਰੀ ਫਾਰਮ ਬਣ ਕੇ ਆਇਆ, ਥੀਏਟਰਸ ਨੂੰ ਰੀਓਪਨ ਕੀਤਾ ਗਿਆ, ਵਿਮਨ ਅਪੀਅਰਡ ਔਨ ਸਟੇਜ ਫॉर द फर्स्ट टाइम। ਰੀਸਟੋਰੇਸ਼ਨ ਡਰਾਮਾ ਨੂੰ ਗੋਲਡਨ ਏਜ ਆਫ ਕਾਮੇਡੀ ਬੋਲਿਆ ਜਾਂਦਾ। ਮੈਂ ਦੱਸਿਆ ਨਾ, ਕਿਉਂਕਿ ਕਾਮੇਡੀ ਬੜੀ ਫੇਮਸ ਹੋਈ ਸੀ। ਤੇ ਕਾਮੇਡੀ ਵੀ ਕਿਸ ਤਰ੍ਹਾਂ ਦੀ ਫੇਮਸ ਹੋਈ? ਕਾਮੇਡੀ ਆਫ ਮੈਨਰ, ਇਹ ਟਰਮ ਆ, ਯਾਦ ਰੱਖਿਓ, ਇਹ ਟਰਮ ਹੈ ਕਾਮੇਡੀ ਆਫ ਮੈਨਰਸ। ਕਾਮੇਡੀ ਆਫ ਮੈਨਰ ਹੁੰਦੀ ਹੈ ਜਿਹਦੇ ਵਿੱਚ ਫੈਸ਼ਨੇਬਲ ਸੁਸਾਇਟੀ ਦਿਖਾਈ ਜਾਂਦੀ ਹੈ, ਤੁਹਾਨੂੰ ਲਵ ਅਫੇਅਰ ਦਿਖਾਏ ਜਾਂਦੇ, ਬਹੁਤ ਸਾਰੇ ਸਕੈਂਡਲਸ ਦਿਖਾਏ ਜਾਂਦੇ ਆ, ਕਲੈਵਰ ਡਾਇਲੋਗ, ਸੋਸ਼ਲ ਸਟਾਇਰ, ਮੈਰਿਜ ਨੂੰ ਇੱਕ ਤਰ੍ਹਾਂ ਦਾ ਇੰਸਟੀਟਿਊਸ਼ਨ ਬਣਾ ਕੇ, ਮਤਲਬ ਐਕਸਟਰਾ ਮੈਰਿਟਲ ਅਫੇਅਰਸ। ਤੁਸੀਂ ਇੱਕ ਵਿਲੀਅਮ ਵਾਈਚਰਲੀ ਦੀ ਜਿਹੜੀ ਹੈ ਉਹ ਪੜ੍ਹ ਕੇ ਦੇਖਿਓ, ਇੱਕ ਬੁੱਕ ਜਿਹੜਾ ਉਹਨਾਂ ਦੀ ਕਾਮੇਡੀ, ਉਹਦਾ ਨਾਮ ਹੈ ਡਰਾਮਾ ਦ ਕੰਟਰੀ ਵਾਈਫ। ਉਹਦੇ ਵਿੱਚ ਤੁਹਾਨੂੰ, ਜੇ ਤੁਸੀਂ ਇੱਕ ਵਾਰ ਉਹ ਪੜ੍ਹ ਲਈ, ਤੁਹਾਨੂੰ ਸਾਰਾ ਰੀਸਟੋਰੇਸ਼ਨ ਇਹ ਸਮਝ ਆ ਜਾਏਗੀ ਕਿ ਉੱਥੇ ਕੀ ਚੱਲ ਰਿਹਾ ਸੀ, ਠੀਕ ਹੈ। ਕਿਉਂਕਿ ਜੋ ਹੁੰਦਾ, ਜੋ ਜਿਸ ਤਰ੍ਹਾਂ ਦੇ ਲੋਕ ਸੀ ਨਾ, ਉਹੀ ਤੁਹਾਨੂੰ ਲਿਟਰੇਚਰ ਦੇ ਵਿੱਚ ਕੈਰੈਕਟਰਸ ਦੇਖਣ ਨੂੰ ਮਿਲਣਗੇ, ਕਿਤਾਬਾਂ ਦੇ ਵਿੱਚ। ਥੀਮਸ ਮੈਰਿਜ, ਫਲਰਟ ਐਂਡ ਹਿਪੋਕ੍ਰੇਸੀ, ਠੀਕ ਹੈ। ਸੋ ਦਿਸ ਇਜ਼ ਆਲ ਅਬਾਊਟ, ਐਂਡ ਮੇਨ ਮੈਂ ਤੁਹਾਨੂੰ ਰਾਈਟਰ ਦੱਸ ਹੀ ਦਿੱਤਾ, ਵਿਲੀਅਮ ਵਾਈਚਰਲੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਰੀਸਟੋਰੇਸ਼ਨ ਲਿਟਰੇਚਰ ਦੀਆਂ। ਆਈ ਹੋਪ ਇੱਥੇ ਤੱਕ ਆਉਂਦੇ ਆਉਂਦੇ ਹੁਣ ਤੁਹਾਨੂੰ ਇਹ ਗੱਲ ਤਾਂ ਪੱਕਾ ਸਮਝ ਹੀ ਆ ਗਈ ਹੋਏਗੀ ਕਿ ਜੋ ਤਰੀਕਾ ਹੈ ਉਹ ਕਿਸ ਤਰ੍ਹਾਂ ਮੈਂ ਸਮਝਾਉਣਾ ਚਾਹੁੰਦੀ ਹਾਂ। ਮੈਂ ਇਹ ਸਮਝਾਉਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਤੁਹਾਨੂੰ ਸੁਸਾਇਟੀ ਬਾਰੇ ਦੱਸ ਰਹੀ ਹਾਂ, ਇੱਕ ਏਜ ਦੀ, ਇੱਕ ਪਰਟੀਕੂਲਰ ਏਜ ਦੀ, ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੋ ਸੁਸਾਇਟੀ ਦੇ ਵਿੱਚ ਹੋ ਰਿਹਾ ਹੈ, ਚਾਹੇ ਉਹ ਪੋਲੀਟੀਕਲ ਵੇ ਨਾਲ ਹੋ ਰਿਹਾ ਹੈ, ਚਾਹੇ ਉਹ ਹਿਸਟੋਰੀਕਲ ਵੇ ਦੇ ਨਾਲ ਹੋ ਰਿਹਾ ਹੈ, ਜਾਂ ਫਿਰ ਉਹ ਰਿਲੀਜੀਅਸ ਵੇ ਦੇ ਨਾਲ ਹੋ ਰਿਹਾ, ਉਹ ਡਾਇਰੈਕਟ ਇਨਫਲੂਐਂਸ ਕਰ ਰਿਹਾ ਹੈ ਲਿਟਰੇਚਰ ਨੂੰ। ਜਿਸ ਤਰ੍ਹਾਂ ਦਾ ਕੈਰੈਕਟਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਲਵ ਅਫੇਅਰਸ, ਐਕਸਟਰਾ ਮੈਰਿਟਲ ਅਫੇਅਰਸ, ਗੋਸਟਿਪਸ, ਇਹ ਸਾਰੀਆਂ ਚੀਜ਼ਾਂ ਉਸ ਟਾਈਮ ਤੇ ਚੱਲ ਰਹੀਆਂ ਸੀ। ਹਰ ਬੰਦਾ ਲਿਟਰੇਚਰ ਲਿਖ ਰਿਹਾ ਸੀ, ਹਰ ਬੰਦੇ ਨੂੰ ਲਿਖਣ ਦਾ ਸ਼ੌਂਕ ਹੋ ਗਿਆ ਸੀ ਕਿ ਮੈਂ ਵੀ ਲਿਖ ਸਕਦਾ ਹਾਂ, ਕਿਉਂਕਿ ਕੁਝ ਵੀ ਲਿਖ ਰਹੇ ਸੀ।
ਕੋਈ ਲਾਇਸੈਂਸ ਨਹੀਂ ਸੀ ਉਹਨਾਂ ਦੇ ਮਤਲਬ ਕੋਈ ਵੀ ਉਹਨਾਂ ਦੇ ਉੱਤੇ ਕੋਈ ਐਡੀਟਿੰਗ ਨਹੀਂ ਹੁੰਦੀ ਸੀ, ਕੋਈ ਚੈੱਕ ਨਹੀਂ ਕਰਦਾ ਸੀ, ਜੋ ਹੁੰਦਾ ਸੀ ਬਸ ਪਬਲਿਸ਼। ਠੀਕ ਹੈ, ਤਾਂ ਉਹੀ ਚੀਜ਼ਾਂ ਨੇ। ਤਾਂ ਕੰਟਰੀ ਵਾਈਫ ਇਜ਼ ਦ ਬੈਸਟ ਐਗਜ਼ਾਮਪਲ ਆਫ ਰੀਸਟੋਰੇਸ਼ਨ ਲਿਟਰੇਚਰ ਯੂ ਕੈਨ ਰੀਡ। ਕੋਮੇਡੀ ਆਫ ਮੈਨਰਸ ਤੋਂ ਹੀ ਤੁਸੀਂ ਸਮਝੋ ਮੈਨਰਿਜ਼ਮ ਨੂੰ ਮੋਕ ਕੀਤਾ ਗਿਆ ਹੈ, ਮਜ਼ਾਕ ਬਣਾਇਆ ਹੋਇਆ। ਠੀਕ ਹੈ, ਸੋ ਦਿਸ ਇਜ਼ ਆਲ ਅਬਾਊਟ ਟੂਡੇ। ਇਨ ਪਾਰਟ 3 ਆਪਾਂ ਨੈਕਸਟ ਫਰਦਰ ਜਿਹੜਾ ਵੀ ਹੈ ਏਜਸ ਕਰਾਂਗੇ। ਆਈ ਹੋਪ ਤੁਸੀਂ ਬਹੁਤ ਇੰਜੋਏ ਕਰ ਰਹੇ ਹੋਵੋਗੇ ਹਿਸਟਰੀ ਆਫ ਇੰਗਲਿਸ਼ ਲਿਟਰੇਚਰ। ਅਗਰ ਤੁਹਾਨੂੰ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ। ਥੈਂਕ ਯੂ ਸੋ ਵੈਰੀ ਮਚ, ਹੋਪ ਟੂ ਮੀਟ ਯੂ ਵੈਰੀ ਸੂਨ। ਥੈਂਕ ਯੂ।